ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਜੋ ਹਰ ਰੋਜ਼ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਚੱਲ ਰਹੀ ਆ। ਕਥਾ ਵਿਚਾਰ ਲੜੀਵਾਰ ਅੱਜ ਹੈਗੀ ਉੱਚੀਆਂ ਜਾਤਾਂ ਵਾਲਿਆਂ ਦਾ ਰੁੱਸ ਜਾਣਾ। ਕਿਉਂਕਿ ਸਤਿਗੁਰੂ ਜੀ ਨੇ ਛੋਟੀਆਂ ਜਾਤਾਂ ਵਾਲਿਆਂ ਨੂੰ, ਗਰੀਬਾਂ ਨੂੰ ਉੱਚੇ ਚੁੱਕਿਆ, ਇੱਕੋ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਾਇਆ। ਜਿਹੜੇ ਉੱਚੀਆਂ ਜਾਤਾਂ ਵਾਲੇ ਸੀ ਬੜੇ ਉਹ ਆਪਸ ਵਿੱਚ ਨਫ਼ਰਤ ਕਰਦੇ ਸੀ ਅਤੇ ਸਤਿਗੁਰੂ ਜੀ ਨਾਲ ਗੁੱਸੇ ਵੀ ਹੋ ਰਹੇ ਸੀ ਵੀ ਤੁਸੀਂ ਇਹ ਕੀ ਕਰ ਰਹੇ ਆ। ਅੱਜ ਆਪਾਂ ਕਥਾ ਵਿਚਾਰੇ ਤੋਂ ਸ਼ੁਰੂ ਕਰਦੇ ਹਾਂ। ਹੁਣ ਵਿਸਾਖੀ ਦੇ ਪੁਰਬ ਦੇ ਉੱਤੇ ਬ੍ਰਾਹਮਣ ਅਤੇ ਉਹ ਲੋਕੀ ਵੀ ਆਏ ਹੋਏ ਸਨ ਜੋ ਜਾਤ ਗੋਤ ਦੇ ਅੱਡਰੇਪਣ ਦੇ ਪ੍ਰੇਮੀ ਸਨ ਵੀ ਅਸੀਂ ਉੱਚੀਆਂ ਜਾਤਾਂ ਵਾਲੇ ਹਾਂ। ਉਹ ਲੋਕ ਵੀ ਆਏ ਸੀ ਅਤੇ ਜਿਹੜੇ ਨਹੀਂ ਸਨ ਚਾਹੁੰਦੇ ਕਿ ਚਾਰੇ ਜਾਤਾਂ ਇਕੱਤਰ ਹੋ ਕੇ ਬੈਠਣ, ਉਹ ਨਹੀਂ ਸੀ ਚਾਹੁੰਦੇ। ਸ਼ੂਦਰ ਬੈਸ ਉਹਨਾਂ ਜਦੋਂ ਦੇਖਿਆ ਕਿ ਸਤਿਗੁਰੂ ਜੀ ਨੇ ਚੌਹਾਂ ਵਰਨਾਂ ਦੇ ਬੰਦਿਆਂ ਨੂੰ ਇਕੱਠਿਆਂ ਕਰਕੇ ਅੰਮ੍ਰਿਤ ਛਕਾਇਆ ਅਤੇ ਰੋਟੀ ਬੇਟੀ ਦੀ ਵੀ ਸਾਂਝ ਵਾਸਤੇ ਪ੍ਰੇਰਨਾ ਕੀਤੀ ਹੈ, ਖਾਲਸਾ ਪੰਥ ਨਾਮ ਦੀ ਨਵੀਂ ਜਥੇਬੰਦੀ ਕਾਇਮ ਕੀਤੀ ਹੈ, ਤਾਂ ਉਹ ਤੜਫ ਉੱਠੇ। ਉਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਅਤੇ ਸੁੱਚੇ ਜੀਵਨ ਮਨੋਰਥ ਨੂੰ ਭੁੱਲ ਗਏ। ਜਿਹੜੇ ਤੜਫਦੇ ਸੀ ਭੁੱਲ ਗਏ। ਉਹਨਾਂ ਨੇ ਰੌਲਾ ਪਾ ਦਿੱਤਾ, ਅਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਰਹਾਂਗੇ, ਅਸੀਂ ਅੰਮ੍ਰਿਤ ਨਹੀਂ ਛਕਣਾ। ਇਹ ਮਰਜ਼ਾਦਾ ਧਰਮ ਦੇ ਵਿਰੁੱਧ ਆ ਜਿਹੜਾ ਅੰਮ੍ਰਿਤ ਛਕਣਾ। ਅਸੀਂ ਨਹੀਂ ਇਹ ਛਕਦੇ, ਤਾਂ ਜਿਵੇਂ ਪਹਿਲੇ ਗੁਰੂਆਂ ਨੇ ਕਰਿਆ ਤਾਂ ਉਵੇਂ ਹੀ ਕਰਾਂਗੇ। ਬਜ਼ੁਰਗਾਂ ਦੇ ਕਾਇਮ ਕੀਤੇ ਗਏ ਧਾਰਮਿਕ ਅਸੂਲਾਂ ਨੂੰ ਕਿਉਂ ਛੱਡ ਗਏ ਜਿਹੜੇ ਸਾਡੇ ਵੱਡਿਆਂ ਨੇ ਕਰੇ ਆ। ਚਾਰੇ ਵਰਨ ਕਦੇ ਇਕੱਤਰ ਨਹੀਂ ਹੋ ਸਕਦੇ। ਬ੍ਰਾਹਮਣ, ਸ਼ੂਦਰ ਅਤੇ ਝੂਠੇ ਬਾਟੇ ਵਿੱਚੋਂ ਅੰਮ੍ਰਿਤ ਕਿਵੇਂ ਛਕਿਆ ਜਾਵੇ। ਏਡੇ ਬਿਆਨੀ ਹੋ ਗਏ ਸੀ ਲੋਕ। ਕਹਿੰਦੇ ਜਿਹੜੇ ਗਰੀਬ ਲੋਕ ਆ ਅਸੀਂ ਉਹਨਾਂ ਦੇ ਝੂਠਿਆਂ ਭਾਂਡਿਆਂ 'ਚੋਂ ਅੰਮ੍ਰਿਤ ਕਿਉਂ ਛਕੀਏ। ਹੁਣ ਮਹਾਰਾਜ ਨੇ ਇੱਕੋ ਬਾਟੇ 'ਚ ਸਾਰਿਆਂ ਨੂੰ ਛਕਾਇਆ, ਮਗਰ ਉਹ ਇਕੱਠਿਆਂ ਨੂੰ ਘੁੱਟ ਭਰਾਉਂਦੇ ਵੀ ਭਰ ਲਓ ਘੁੱਟ, ਸਾਡੇ ਤੁਹਾਡੇ 'ਚੋਂ ਜਾਤ ਪਾਤ ਨਿਕਲ ਜੂਗੀ। ਉਹ ਕਹਿੰਦੇ ਅਸੀਂ ਕਿਉਂ ਉਹਨਾਂ ਦੇ ਝੂਠੇ ਭਾਂਡਿਆਂ 'ਚ ਅੰਮ੍ਰਿਤ ਛਕੀਏ। ਕੀ ਝੂਠ ਖਵਾਉਣ ਅਤੇ ਪਿਲਾਉਣ ਦਾ ਨਾਮ ਨਵਾਂ ਧਰਮ ਖਾਲਸਾ ਪੰਥ ਹੈ। ਫਿਰ ਦੇਵੀ ਦੇਵਤਿਆਂ ਨੂੰ ਨਹੀਂ ਮੰਨਣਾ, ਹੁੱਕੇ ਵਾਲੇ ਦੇ ਘਰੋਂ ਨਹੀਂ ਖਾਣਾ। ਐਸੇ ਵਿਚਾਰਾਂ ਵਾਲੇ ਬਹੁਤ ਸਾਰੇ ਰੁੱਸ ਕੇ ਬੈਠ ਗਏ। ਉਹਨਾਂ ਨੇ ਉਸ ਦਿਨ ਤੋਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਛੱਡ ਦਿੱਤਾ। ਜਿਹੜੇ ਹਿੰਦੂ ਰਾਜੇ ਆਏ ਹੋਏ ਸਨ ਉਹ ਵੀ ਗਰਮ ਹੋ ਪਏ। ਪੰਡਤਾਂ ਨੇ ਉਹਨਾਂ ਨੂੰ ਵੀ ਚੁੱਕਿਆ ਕਿ ਉਹ ਵੀ ਇਸ ਨਵੀਂ ਮਰਜ਼ਾਦਾ ਦੇ ਵਿਰੁੱਧ ਹੋ ਗਏ। ਹੁਣ ਸਤਿਗੁਰੂ ਨੇ ਪਹਾੜੀ ਰਾਜਿਆਂ, ਛਤਰੀਆਂ ਅਤੇ ਬ੍ਰਾਹਮਣਾਂ ਨੂੰ ਜਿਹੜੇ ਉੱਚੀ ਜਾਤੀ ਦੇ ਅਖਵਾਉਂਦੇ ਸੀ ਆਖਿਆ, ਸਾਰੇ ਅੰਮ੍ਰਿਤ ਪਾਨ ਕਰੋ ਅਤੇ ਸ਼ੇਰ ਬਣੋ। ਹੁਣ ਮੁਗਲ ਅਤੇ ਪਠਾਨ ਜੋ ਭਾਰਤ ਨੂੰ ਗੁਲਾਮ ਕਰੀ ਬੈਠੇ ਹਨ ਅਤੇ ਨਿੱਤ ਨਵੇਂ ਸੂਰਜ ਜ਼ੁਲਮ ਕਰਦੇ ਹਨ, ਉਹਨਾਂ ਨਾਲ ਮੁਕਾਬਲਾ ਕਰਨ ਜੋਗੇ ਹੋ ਜਾਵੋ, ਨਹੀਂ ਤਾਂ ਮਰੋਗੇ। ਅੰਮ੍ਰਿਤ ਪਾਨ ਕਰਕੇ ਅਮਰ ਹੋ ਜਾਓਗੇ। ਧਰਮ ਦੀ ਰਾਖੀ ਕਰਨ ਵਾਸਤੇ ਬਹਾਦਰੀ ਅਤੇ ਅਣਖ ਦੀ ਲੋੜ ਹੈ। ਅਗਿਆਨੀ ਅਤੇ ਅਭਾਗੇ ਰਾਜਿਆਂ ਨੇ ਕਿਹਾ, ਜਿਨ੍ਹਾਂ ਦੇ ਭਾਗਾਂ 'ਚ ਕਰਮਾਂ 'ਚ ਨਹੀਂ ਸੀ, ਉਹ ਕਹਿੰਦੇ ਅਸੀਂ ਅੰਮ੍ਰਿਤ ਨਹੀਂ ਪਾਨ ਕਰ ਸਕਦੇ, ਅਸੀਂ ਨਹੀਂ ਛਕ ਸਕਦੇ। ਅੰਮ੍ਰਿਤ ਪਾਨ ਕਰਨ ਦਾ ਸਿੱਧਾ ਮਤਲਬ ਹੈ ਕਿ ਧਰਮ ਭ੍ਰਿਸ਼ਟ ਕਰਨਾ। ਅਸੀਂ ਆਪਦੇ ਧਰਮ ਨੂੰ ਭ੍ਰਿਸ਼ਟ ਨਹੀਂ ਕਰਨਾ। ਤੁਸੀਂ ਨਾਈਆਂ, ਝੌਰਾਂ, ਜੱਟਾਂ, ਘੁਮਿਆਰਾਂ ਅਤੇ ਚਮਾਰਾਂ ਆਦਿਕ ਨੀਵੀਆਂ ਜਾਤਾਂ ਵਾਲਿਆਂ ਨੂੰ ਉੱਪਰ ਚੁੱਕ ਕੇ ਬ੍ਰਾਹਮਣਾਂ ਅਤੇ ਛਤਰੀਆਂ ਦੇ ਮੁਕਾਬਲੇ ਲਿਆ ਖੜ੍ਹਾ ਕੀਤਾ।
ਐਸੇ ਇੱਕ ਧਰਮ ਦੇ ਕੁਕਰਮ ਨੂੰ ਵੇਖ ਕੇ ਅਸੀਂ ਤਾਂ ਸਹਿ ਨਹੀਂ ਸਕਦੇ, ਅਸੀਂ ਨਹੀਂ ਸਹਿ ਸਕਦੇ। ਇਸ ਧਰਮ ਵਿੱਚ ਸ਼ਾਮਲ ਹੋਣਾ ਤਾਂ ਇੱਕ ਪਾਸੇ ਰਿਹਾ, ਤੁਸੀਂ ਜੋ ਕਰਮ ਕੀਤਾ ਹੈ ਅਤੇ ਜੋ ਲਹਿਰ ਚਲਾਈ ਹੈ ਇਹ ਤੁਰਕਾਂ ਅਤੇ ਮੁਗਲਾਂ ਨਾਲੋਂ ਵੀ ਮਾੜੀ ਹੈ। ਉਹ ਵੀ ਹਿੰਦੂ ਧਰਮ ਦੇ ਦੁਸ਼ਮਣ ਹਨ ਅਤੇ ਤੁਸੀਂ ਵੀ। ਅਸੀਂ ਨਹੀਂ ਅੰਮ੍ਰਿਤ ਛਕਣਾ, ਅਸੀਂ ਤਾਂ ਪਹਿਲਾਂ ਹੀ ਸਿੰਘ ਹਾਂ, ਮੌਤ ਕੋਲੋਂ ਨਹੀਂ ਡਰਦੇ। ਲੜਨਾ ਅਤੇ ਮਰਨਾ ਅਸਾਂ ਦਾ ਤਲਬ ਹੈ, ਅਸਾਂ ਹੋਰ ਕਿਹੜੇ ਹੌਸਲੇ ਨੂੰ ਪ੍ਰਾਪਤ ਕਰਨਾ ਹੈ। ਹੁਣ ਸਤਿਗੁਰੂ ਨੇ ਜਦੋਂ ਐਸੇ ਸ਼ਬਦ ਸੁਣੇ ਤਾਂ ਸਤਿਗੁਰੂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਗੁੱਸੇ ਦੇ ਵਿੱਚ ਫਰਮਾਇਆ ਅਤੇ ਭਵਿੱਖਤ ਬਾਰੇ ਬਚਨ ਆਖ ਦਿੱਤੇ। ਸੁਣੋ ਜਾਤ ਦਾ ਹੰਕਾਰ ਕਰਨ ਵਾਲਿਓ, ਜਿਹਨੂੰ ਅੱਜ ਤੁਸੀਂ ਕਮੀਣ, ਨਾਈ, ਝੀਵਰ, ਤਰਖਾਣ ਅਤੇ ਸ਼ੂਦਰ ਸਮਝਦੇ ਹੋ, ਇਹ ਇੱਕ ਦਿਨ ਪੰਜਾਬ ਦੇ ਰਾਜੇ ਬਣਨਗੇ। ਇੱਕ ਸਮਾਂ ਐਸਾ ਆਵੇਗਾ ਕਿ ਸ਼ੂਦਰ ਬ੍ਰਾਹਮਣਾਂ ਦੀ ਤਰ੍ਹਾਂ ਰਾਜਪਾਟ ਦਾ ਅਧਿਕਾਰੀ ਹੋਵੇਗਾ ਅਤੇ ਦੇਸ਼ ਦੇ ਕਾਨੂੰਨ ਬਣਾਇਆ ਕਰੇਗਾ। ਰਾਜੇ ਮਲੇਸਾਂ, ਬੈਸਾਂ ਅਤੇ ਸ਼ੂਦਰਾਂ ਨਾਲ ਮਿਲ ਕੇ ਨੌਕਰੀਆਂ ਕਰਿਆ ਕਰਨਗੇ। ਬ੍ਰਾਹਮਣ ਕੰਨਿਆ ਖੁਸ਼ੀ ਨਾਲ ਨੀਵੀਂ ਜਾਤੀ ਵਾਲਿਆਂ ਪੁਰਸ਼ਾਂ ਨਾਲ ਵਿਆਹ ਕਰਾਇਆ ਕਰੇਗੀ। ਬਾਕੀ ਰਹਾ ਤੁਸੀਂ ਰਾਜਿਆਂ ਦੀ ਗੱਲ, ਤੁਸੀਂ ਤਾਂ ਅਧਰਮੀ ਅਤੇ ਬੇਅਣਖੇ ਅਤੇ ਲਾਲਚੀ ਹੋ। ਮਹਾਰਾਜ ਕਹਿੰਦੇ ਫਿਕਰ ਨਾ ਕਰੋ, ਜਿਹਨਾਂ ਤੁਸੀਂ ਸ਼ੂਦਰ, ਵੈਸ, ਮਲੇਸ ਸਮਝਦੇ ਆ ਨਾ, ਤੁਹਾਡੀਆਂ ਧੀਆਂ ਇਹਨਾਂ ਕੰਨਿਆਂ ਖੁਸ਼ੀ ਨਾਲ ਇਹਨਾਂ ਨੀਵੀਆਂ ਜਾਤੀਆਂ ਦੇ ਨਾਲ ਵਿਆਹ ਕਰਾਇਆ ਕਰਨਗੀਆਂ। ਤੁਸੀਂ ਧਰਮੀ ਅਤੇ ਬੇਅਣਖੇ ਅਤੇ ਲਾਲਚੀ ਲੋਕ ਹੋ। ਤੁਰਕਾਂ ਨੂੰ ਧੀਆਂ ਭੈਣਾਂ ਅਰਪਣ ਕਰਕੇ ਆਪਣੇ ਰਾਜ ਨੂੰ ਬਚਾਉਂਦੇ ਹੋ। ਉਸ ਟਾਈਮ ਸਾਧ ਸੰਗਤ ਜਦੋਂ ਸਤਿਗੁਰੂ ਜੀ ਇਹ ਗੱਲਾਂ ਕਰਦੇ ਹਨ, ਬਹੁਤ ਵੱਡਾ ਹਿੰਦੁਸਤਾਨ ਦੇ ਉੱਤੇ ਨਰਕ ਵਰਗਾ ਕਾਰ। ਜਿਹੜੇ ਰਾਜੇ ਮਹਾਰਾਜੇ ਨਾ ਮੁਗਲ, ਉਹ ਹਿੰਦੂਆਂ ਦੀਆਂ ਕੁੜੀਆਂ ਨੂੰ ਧੱਕੇ ਨਾਲ ਚੱਕ ਕੇ ਲੈ ਜਾਂਦੇ ਸੀ ਅਤੇ ਵਿਆਹ ਕਰ ਲੈਂਦੇ ਸੀ, ਜਾਂ ਉੱਦਾਂ ਹੀ ਜ਼ੋਰ ਜ਼ੁਲਮ ਨਾਲ ਚੁੱਕ ਲੈਂਦੇ ਸੀ। ਗਰੀਬ ਅਣਖ ਨਹੀਂ ਵੇਚਦੇ ਹੁੰਦੇ। ਉਹ ਧਰਮ, ਕੌਮ ਅਤੇ ਦੇਸ਼ ਬਦਲੇ ਲੜਨ ਮਰਨ ਵਾਸਤੇ ਸਦਾ ਤਿਆਰ ਰਹਿੰਦੇ ਆ, ਜਿਨ੍ਹਾਂ ਨੂੰ ਤੁਸੀਂ ਗਰੀਬ ਸਮਝਦੇ ਆ। ਸਮਝ ਲਵੋ ਅਸਾਂ ਨੀਵੀਆਂ ਨਾਲ ਪਿਆਰ ਕਰਨਾ ਹੈ, ਇਹ ਅਸਾਂ ਦੇ ਹਨ ਅਤੇ ਅਸੀਂ ਇਹਨਾਂ ਦੇ ਹਾਂ। ਮਹਾਰਾਜ ਕਹਿੰਦੇ ਇਹ ਸਾਡੇ ਆ, ਅਸੀਂ ਇਹਨਾਂ ਦੇ ਹਾਂ। ਇਸ ਵਾਸਤੇ ਵੱਡਿਆਂ ਨਾਲ ਸਾਡੀ ਪ੍ਰੀਤ ਨਹੀਂ। ਜਾਓ ਮੌਜਾਂ ਕਰੋ, ਮਹਾਰਾਜ ਨੇ ਦਰਕਾਰ 'ਤੇ ਕਹਿੰਦੇ ਜਾਓ ਭੱਜੋ ਇੱਥੋਂ ਚਲੇ ਜਾਓ। ਜਿਨ੍ਹਾਂ ਪਰਦੇਸੀਆਂ ਅਤੇ ਤੁਰਕਾਂ ਦਾ ਸਾਥ ਦੇ ਰਹੇ ਹੋ, ਉਹ ਜ਼ਰੂਰ ਇੱਕ ਦਿਨ ਤੁਸਾਂ ਨੂੰ ਖਾ ਜਾਣਗੇ, ਫਿਕਰ ਨਾ ਕਰੋ। ਸ਼ਾਮ ਦਾ ਦੀਵਾਨ ਲੱਗਿਆ ਹੋਇਆ ਸੀ। ਸੰਗਤ ਅਜੇ ਆਪੋ ਆਪਣੇ ਘਰਾਂ ਨੂੰ ਨਹੀਂ ਸੀ ਮੁੜੀ, ਉਹ ਅਜੇ ਸਾਹਿਬਾਂ ਦਾ ਹੁਕਮ ਚਾਹੁੰਦੀ ਸੀ। ਜੋ ਹੁਕਮ ਵਾਹਿਗੁਰੂ ਨੇ ਦਿੱਤਾ, ਮਹਾਰਾਜ ਨੇ ਦਿੱਤਾ, ਉਹ ਪਰਥਾਏ ਗਿਆਨੀ ਗਿਆਨ ਸਿੰਘ ਜੀ ਤਰੀਕ ਗੁਰੂ ਖਾਲਸਾ ਵਿੱਚ ਲਿਖਦੇ ਹਨ। ਮਹਾਰਾਜ ਕਹਿੰਦੇ ਕਛਹਿਰਾ, ਕਿਰਪਾਨ, ਕੇਸ, ਕੰਘਾ ਅਤੇ ਕੜਾ ਹਮੇਸ਼ਾ ਆਪਦੇ ਅੰਗ ਸੰਗ ਰੱਖਣੇ। ਸਤਿਗੁਰੂ ਦਾ ਉਪਦੇਸ਼ ਸੀ ਕੁੱਠਾ, ਤਮਾਕੂ, ਮਛਲੀ ਇਹ ਨਹੀਂ ਵਰਤਣੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅੱਜ ਤੋਂ ਤੁਸੀਂ ਸੋਢੀ ਬੰਸ ਖਾਲਸਾ ਛੱਤਰੀ ਵਰਨ ਸਿੰਘ ਨਾਮੀ ਵਾਸੀ ਅਨੰਦਪੁਰ ਜਨਮ, ਤੁਸਾਂ ਦਾ ਕੇਸਗੜ੍ਹ ਇੱਕ। ਗੁਰੂ ਪਿਤਾ ਅਤੇ ਪੁੱਤਰ ਹੋਏ ਹੋ। ਪਿਛਲੀ ਜਾਤ ਜਾਂਦੀ ਰਹੀ, ਤੁਹਾਡੀ ਕੋਈ ਜਾਤ ਨਹੀਂ, ਚਾਹੇ ਕਿਸੇ ਵੀ ਜਾਤ ਦੇ ਆ। ਖੇਤੀ, ਵਣਜ, ਸ਼ਸਤਰ ਦੀ ਜਾਂ ਕਲਮ ਦੀ, ਮਜ਼ਦੂਰ, ਇਹ 4 ਪ੍ਰਕਾਰ ਦੀ ਜੀਵਕਾ ਕਰਨੀ, ਇਹ ਕੰਮ ਕਰਨੇ। ਗੁਲਾਮੀ ਕਿਸੇ ਦੀ ਨਹੀਂ ਕਰਨੀ, ਨਾ ਭੀਖ ਮੰਗਣੀ ਹੈ, ਕਿਸੇ ਤੋਂ ਦਾਨ ਵੀ ਨਹੀਂ ਲੈਣਾ, ਅਨਮਤੀ ਦੀ ਸੰਗਤ ਨਹੀਂ ਕਰਨੀ, ਜਾਤ ਪਾਤ ਦਾ ਭੇਦ ਭਰਮ ਨਹੀਂ ਰੱਖਣਾ, ਬੇਟੀ ਆਪਸ ਵਿੱਚ ਲੈਣੀ ਦੇਣੀ, ਸਾਕ ਸੰਬੰਧ ਸਿੰਘ ਨਾਲ ਸਿੰਘ ਕਰੇ, ਅਨਮਤੀ ਨਾਲ ਨਹੀਂ।
ਚੋਰੀ ਠੱਗੀ ਨਿੰਦਿਆ ਚੁਗਲੀ ਬਖੀਲੀ ਧੜ ਵੇਲਤਾ ਨਹੀਂ ਕਰਨੀ। ਸਿੱਖ ਸਾਧ ਦੀ ਸੇਵਾ, ਗਰੀਬ ਦਾ ਪਾਲਣਾ, ਗੁਰਬਾਣੀ ਦਾ ਉਚਾਰ ਸਦਾ ਹੀ ਕਰਦੇ ਰਹਿਣਾ। ਬਿਨਾਂ ਅਕਾਲ ਪੁਰਖ ਤੇ ਆਪਣੇ ਇਸ਼ਟ ਤੋਂ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਣੀ ਮੂਰਤੀ ਅੱਗੇ ਸਿਰ ਨਹੀਂ ਨਵਾਉਣਾ। ਵਾਹਿਗੁਰੂ ਦਾ ਸਿਮਰਨ, ਸਤ ਸੰਗਤ, ਸ਼ਾਸਤਰ ਵਿੱਦਿਆ ਦਾ ਅਭਿਆਸ ਨਿੱਤ ਕਰਨਾ। ਮੀਣੇ ਮਸੰਦ ਧੀਰ ਮੱਲੀਏ ਤੇ ਰਾਮ ਰਾਈਏ ਆਦਿਕ ਨਾਲ ਧਾਰਮਿਕ ਤੇ ਸਮਾਜਿਕ ਸਾਂਝ ਨਹੀਂ ਰੱਖਣੀ। ਇਸ ਤਰ੍ਹਾਂ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਪ੍ਰੇਮ ਸਤਿਕਾਰ ਨਾਲ ਵਿਦਾ ਕੀਤਾ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹਨਾਂ ਦੇ ਚਿਹਰਿਆਂ ਉੱਤੇ ਨਵਾਂ ਹੀ ਨੂਰ ਸੀ। ਉਹਨਾਂ ਦੇ ਹਿਰਦੇ ਨਵੇਂ ਜੋਸ਼ ਨਾਲ ਧੜਕ ਰਹੇ ਸਨ। ਮਸ਼ਹਿਰਿਆਂ ਨੂੰ ਵੱਟ ਦਿੰਦੇ ਹੋਏ, ਹਾਥੀਆਂ ਵਾਂਗ ਝੂਮਦੇ ਹੋਏ ਉਹ ਜਾ ਰਹੇ ਸਨ। ਉਹਨਾਂ ਨੂੰ ਦੇਖ ਦੇਖ ਕੇ ਲੋਕ ਹੈਰਾਨ ਹੁੰਦੇ ਸਨ। ਸਿੰਘਣੀਆਂ ਹੁਣ ਸਿੰਘਣੀਆਂ ਬਣ ਚੁੱਕੀਆਂ ਸਨ। ਉਹਨਾਂ ਦੇ ਹਿਰਦੇ ਬਲਵਾਨ ਹੋ ਚੁੱਕੇ ਸਨ। ਅਥਾਹ ਜੋਸ਼ ਆ ਗਿਆ ਸੀ। ਉਸ ਜੋਸ਼ ਦੇ ਕਾਰਨ ਆਤਮਾ ਹਿਰਦਾ ਨਿਰਭੈ ਹੋ ਚੁੱਕਾ ਸੀ। ਉਹਨਾਂ ਦੇ ਹੱਥ ਮੱਲੋ ਮੱਲੀ ਕਿਰਪਾਨ ਦੀ ਮੁੱਠ 'ਤੇ ਜਾਂਦੇ ਸਨ। ਹੁਣ ਤੁਰਕਾਂ ਤੇ ਪਠਾਣਾਂ ਕੋਲੋਂ ਵੀ ਨਹੀਂ ਸਨ ਡਰਦੀਆਂ ਐਸੀਆਂ ਅੰਮ੍ਰਿਤ ਦੀਆਂ ਬਰਕਤਾਂ। ਹੁਣ ਸਾਧ ਸੰਗਤ ਸਿੱਖਾਂ ਦੀਆਂ ਸਾਖੀਆਂ ਅੱਗੇ। ਹੁਣ ਚੋਜੀ ਪ੍ਰੀਤਮ ਦੇ ਦਰਬਾਰ ਵਿੱਚ ਅਨੇਕ ਤਰ੍ਹਾਂ ਦੀਆਂ ਸਾਖੀਆਂ ਹੁੰਦੀਆਂ ਰਹਿੰਦੀਆਂ ਸਨ, ਕਵਿਤਾਵਾਂ, ਜਿਹੜੀਆਂ ਸਾਰੀਆਂ ਬਿਆਨ ਕਰੀਏ ਤਾਂ ਸੈਂਕੜੇ ਜਿਲਦਾਂ ਦੇ ਗ੍ਰੰਥ ਬਣ ਜਾਣ, ਪਰੰਤੂ ਕੁਝ ਕੁ ਹੇਠਾਂ ਲਿਖੀਆਂ ਜਾਂਦੀਆਂ ਹਨ। ਜਿਵੇਂ ਕਹਿੰਦੇ ਆ, ਪਹਿਲੇ ਆ ਦੁਆਬੇ ਦੇ ਰਹਿਣ ਵਾਲੇ ਧਰਮ ਸਿੰਘ ਨੇ ਇੱਕ ਦਿਨ ਬੇਨਤੀ ਕੀਤੀ, ਕਹਿੰਦਾ, ਹੇ ਸੱਚੇ ਪਾਤਸ਼ਾਹ, ਦੱਸੋ ਇਸ ਸੰਸਾਰ ਵਿੱਚ ਆਦਮੀ ਦਾ ਨਾਮ ਅਮਰ ਕਿਵੇਂ ਰਹਿ ਸਕਦਾ ਹੈ। ਮੈਂ ਕਈਆਂ ਕੋਲੋਂ ਪੁੱਛਿਆ, ਕੋਈ ਆਖਦਾ ਬਾਗ ਲਾਵੋ, ਕੋਈ ਕਹਿੰਦਾ ਬੌਲੀ ਲਾਵੋ, ਜਿਵੇਂ ਆਪਾਂ ਅੱਗੇ ਨਲਕੇ ਲਾਉਂਦੇ ਸੀ ਪਾਣੀ ਵਾਲੇ, ਕੋਈ ਕਹਿੰਦਾ ਔਲਾਦ ਨਾਲ ਹੀ ਨਾਮ ਅਮਰ ਰਹਿੰਦਾ ਹੈ। ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ। ਮੇਰੇ ਮਨ ਦਾ ਭਰਮ ਦੂਰ ਕਰੋ ਸੱਚੇ ਪਾਤਸ਼ਾਹ, ਕਿਵੇਂ ਰਹੂਗਾ ਇਸ ਦੁਨੀਆ 'ਤੇ ਨਾਮ। ਹੁਣ ਸ਼ਰਧਾਲੂ ਸਿੱਖ ਦਾ ਇਹ ਬਚਨ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ, ਕਹਿਣ ਲੱਗੇ, ਹੇ ਗੁਰਮੁਖ ਜਨੋ ਸੁਣੋ, ਬਾਗ, ਖੂਹ, ਔਲਾਦ, ਸਰਾਂ ਆਦਿਕ ਮਨੁੱਖ ਦੇ ਨਾਮ ਨੂੰ ਥੋੜ੍ਹਾ ਚਿਰ ਅਮਰ ਰੱਖਦੀਆਂ ਹਨ, ਕਿਉਂਕਿ ਕਾਲ ਬੜੀ ਸਮੇਂ ਨਾਲ ਇਹਨਾਂ ਨੂੰ ਖਾ ਜਾਂਦਾ ਹੈ। ਦੇਖੋ, ਪ੍ਰਾਚੀਨ ਭਾਰਤ ਵਿੱਚ ਹਜ਼ਾਰਾਂ ਰਾਜੇ ਹੋ ਗੁਜ਼ਰੇ, ਜਿਨ੍ਹਾਂ ਖੂਹ, ਸਰਾਈ ਅਤੇ ਬਾਗ ਲਗਵਾਏ, ਪਰ ਉਹਨਾਂ ਦੀਆਂ ਉਹ ਯਾਦਾਂ ਅੱਜ ਦੁਨੀਆ ਨੂੰ ਭੁੱਲ ਗਈਆਂ। ਪਰ ਉਸ ਵੇਲੇ ਦੇ ਭਗਤ ਸ੍ਰੀ ਰਾਮਚੰਦਰ ਜੀ, ਵਿਸ਼ਵਾਮਿੱਤਰ ਆਦਿਕ ਨਹੀਂ ਭੁੱਲੇ। ਵਾਲਮੀਕ ਨਾ ਕਿਸੇ ਨੂੰ ਭੁੱਲਿਆ ਅਤੇ ਨਾ ਭੁੱਲੇਗਾ। ਭਗਤ ਕਬੀਰ, ਮੀਰਾਬਾਈ ਆਦਿਕ ਅਮੁੱਲ ਹਨ, ਇਹ ਵੀ ਨਹੀਂ ਕਿਸੇ ਨੂੰ ਭੁੱਲਣੇ। ਸੋਚੋ ਰਤਾ, ਉਸ ਸਮੇਂ ਕਿੰਨੇ ਰਾਜੇ ਨਵਾਬ ਸਨ, ਕਿਸੇ ਦਾ ਨਾਮ ਤੋਂ ਸਾਨੂੰ ਯਾਦ ਹੈ ਜਿਹੜੇ ਭਗਤ ਕਬੀਰ ਹੋਣਾ ਵੇਲੇ ਰਾਜੇ ਹੋਏ ਆ। ਇਹਦਾ ਸਿੱਧਾ ਅਰਥ ਇਹ ਆ ਕਿ ਭਗਤੀ ਤੋਂ ਬਿਨਾਂ ਕੋਈ ਵਸਤੂ, ਕਰਮ ਨਾਮ ਨੂੰ ਅਮਰ ਨਹੀਂ ਰੱਖ ਸਕਦਾ। ਹੁਣ ਧਰੂੰ ਅਤੇ ਪ੍ਰਹਲਾਦ ਨੂੰ ਅਸੀਂ ਤਦੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਭਗਤੀ ਕੀਤੀ ਸੀ। ਸਾਰੇ ਵਿਚਾਰਾਂ ਨੂੰ ਛੱਡ ਕੇ ਭਗਤੀ ਕਰੋ। ਜਿੰਨਾ ਚਿਰ ਭਗਤੀ ਕਰੋਗੇ ਅਮਰ ਰਹੋਗੇ। ਬਾਣੀ ਪੜ੍ਹੋ, ਸੇਵਾ ਕਰੋ, ਬਸ ਆਪ ਦਾ ਨਾਮ ਅਮਰ ਰਹੇਗਾ। ਸਦਾ ਸਤਸੰਗ ਵਿੱਚ ਬੈਠਿਆ ਕਰੋ ਅਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਭਾਈ ਰਾਮ ਸਿੰਘ ਦੇ ਨਿਰਵੈਰ ਹਿਰਦੇ ਨੂੰ ਤਸੱਲੀ ਹੋ ਗਈ। ਉਸਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਅਤੇ ਉਹ ਨਿਹਾਲ ਹੋ ਗਿਆ। ਹੁਣ ਦੂਜਾ ਵਚਨ,
ਹੁਣ ਸਤਿਗੁਰੂ ਦੇ ਸਮੇਂ ਸਾਰੇ ਭਾਰਤ ਵਿੱਚ ਵਹਿਮ ਪ੍ਰਸਤੀ ਬਹੁਤ ਸੀ। ਉਦੋਂ ਵਹਿਮ ਬੜੀ ਸੀ, ਝੂਠ ਫਰੇਬ, ਜਾਦੂ ਟੂਣੇ, ਜੰਤਰ ਮੰਤਰ, ਭੂਤਾਂ ਪ੍ਰੇਤਾਂ ਦੇ ਪਰਛਾਵੇਂ ਦੀ ਬਹੁਤ ਚਰਚਾ ਸੀ। ਇਹਨਾਂ ਨੂੰ ਦੂਰ ਕਰਨ ਵਾਲੇ ਸਾਰੇ ਮੁਸਲਮਾਨ ਫਕੀਰ ਸਨ। ਇਹ ਰੋਗ ਇਸਤਰੀਆਂ ਨੂੰ ਬਹੁਤ ਹੁੰਦਾ ਹੈ, ਭੂਤਾਂ ਪ੍ਰੇਤਾਂ ਦਾ। ਸਤਿਗੁਰੂ ਜੀ ਇਹਨਾਂ ਵਹਿਮਾਂ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ। ਇੱਕ ਦਿਨ ਭਾਈ ਨੱਥਾ ਸਿੰਘ ਨੇ ਸਤਿਗੁਰੂ ਦੇ ਹਜ਼ੂਰ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੈਂ ਬਹੁਤ ਸ਼ਰਮਿੰਦਾ ਤੇ ਦੁਖੀ ਹਾਂ। ਮੈਨੂੰ ਦੁੱਖ ਇਹ ਹੈ ਕਿ ਮੇਰੀ ਮਟਿਆਰ ਲੜਕੀ ਦੇ ਸਿਰ ਮੁਸਲਮਾਨ ਮੌਲਵੀ ਨੇ ਕੁਝ ਧੂੜ ਪਾ ਦਿੱਤਾ ਹੈ। ਉਹ ਮੌਲਵੀ ਦੇ ਘਰ ਜਾਂਦੀ ਹੈ, ਅਸੀਂ ਜਾਣੋਂ ਰੋਕਦੇ ਹਾਂ, ਉਹ ਰੁਕਦੀ ਨਹੀਂ। ਤੁਰਕਾਂ ਦੇ ਘਰਾਂ ਤੋਂ ਅੰਨ ਜਲ ਨਹੀਂ ਖਾਈਦਾ, ਪਰ ਉਹ ਨਹੀਂ ਟਲਦੀ। ਜੇ ਅਸੀਂ ਆਖਦੇ ਹਾਂ ਕਿ ਤੇਰਾ ਵਿਆਹ ਕਰ ਦਈਏ ਤਾਂ ਉਹ ਚੀਕਾਂ ਮਾਰਨ ਲੱਗ ਪੈਂਦੀ ਹੈ, ਆਪ ਦੇ ਪਾਸ ਨਹੀਂ ਆਉਂਦੀ। ਅਸੀਂ ਹੁਣ ਬਹੁਤ ਯਤਨ ਕੀਤਾ ਸੀ ਕਿ ਉਹ ਵੀ ਸਾਡੇ ਨਾਲ ਅਨੰਦਪੁਰ ਆਵੇ, ਪਰ ਆਈ ਨਹੀਂ। ਲੋਕ ਸਾਨੂੰ 20 ਗੱਲਾਂ ਆਖਦੇ ਹਨ। ਸਾਡੇ 'ਤੇ ਦਇਆ ਕਰੋ, ਸਾਡੀ ਲੜਕੀ ਮੁੜ ਘਰ ਆਵੇ ਅਤੇ ਗੁਰੂ ਘਰ ਦੀ ਸਤ ਸੰਗਤ ਬਣੇ। ਹੁਣ ਅੰਤਰਯਾਮੀ ਸਤਿਗੁਰੂ ਜੀ ਘਟ ਘਟ ਦੀ ਜਾਣਨਹਾਰ ਸਨ। ਉਹਨਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਸੱਚਮੁੱਚ ਉਸ ਸਿੱਖ ਦੀ ਕੰਨਿਆ ਉਸ ਵੇਲੇ ਮੌਲਵੀ ਦੇ ਕੋਲ ਬੈਠੀ ਹੋਈ ਗੱਲਾਂ ਕਰ ਰਹੀ ਸੀ, ਅਤੇ ਮੌਲਵੀ ਗੁਰੂ ਘਰ ਦੀ ਨਿੰਦਿਆ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਕਰ ਰਿਹਾ ਸੀ। ਉਹ ਉਸ ਉੱਤੇ ਪਿਆਰ ਦੇ ਡੋਰੇ ਸੁੱਟ ਰਿਹਾ ਸੀ। ਉਹ ਕੁਆਰੀ ਕੰਨਿਆ ਦਾ ਧਰਮ ਲੁੱਟਣਾ ਚਾਹੁੰਦਾ ਸੀ। ਹੁਣ ਸਤਿਗੁਰੂ ਨੇ ਕੰਨਿਆ ਦਾ ਸਤ ਧਰਮ ਬਚਾਉਣ ਬਦਲੇ ਦਇਆ ਕੀਤੀ। ਉਸੀ ਵਕਤ ਐਸਾ ਭਾਣਾ ਵਰਤਿਆ ਕਿ ਮੌਲਵੀ ਨੂੰ ਢਿੱਡ ਪੀੜ ਲਾ ਦਿੱਤੀ। ਉਹ ਪੀੜ ਨਾਲ ਤੜਫਣ ਲੱਗ ਪਿਆ ਅਤੇ ਕੰਨਿਆ ਉੱਠ ਕੇ ਆਪਣੇ ਘਰ ਆ ਬੈਠੀ। ਉਸ ਦੇ ਚਿੱਤ ਨੂੰ ਕੁਝ ਤਸੱਲੀ ਹੋਈ। ਸਤਿਗੁਰਾਂ ਨੇ ਨੇਤਰ ਖੋਲ੍ਹੇ ਅਤੇ ਸਿੱਖ ਨੂੰ ਕਿਹਾ, ਜਾ ਕਰ ਕੰਨਿਆ ਨੂੰ ਨਾਲ ਲੈ ਕੇ ਆਵੀਂ। ਜੇ ਨਾਲ ਨਾ ਤੁਰੇ ਤਾਂ ਜਪਜੀ ਸਾਹਿਬ ਦੀਆਂ ਪਾਠ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਉਸ ਦੇ ਲਾਗੇ ਕਰਨਾ, ਉਹ ਜ਼ਰੂਰ ਆਵੇਗੀ। ਹੁਣ ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸਿੱਖ ਆਪਣੇ ਘਰ ਨੂੰ ਤੁਰ ਗਿਆ। ਸਤਿਗੁਰੂ ਸਾਹਿਬਾਂ ਦੀ ਕਿਰਪਾ ਨਾਲ ਸਿੱਖ ਦੀ ਕੰਨਿਆ ਘਰ ਸੀ। ਮਾਂ ਬਾਪ ਨੂੰ ਦੇਖ ਕੇ ਉਸਨੂੰ ਗੁੱਸਾ ਚੜ੍ਹਿਆ। ਉਸਨੇ ਆਪਣੇ ਬਾਪ ਨੂੰ ਕਿਹਾ, ਮੈਂ ਤੁਸਾਂ ਦੇ ਘਰ ਨਹੀਂ ਰਹਿਣਾ, ਮੇਰਾ ਵਿਆਹ ਕਿਸੇ ਤੁਰਕ ਨਾਲ ਕਰ ਦਿਓ। ਇਹ ਸੁਣ ਕੇ ਸਿੱਖ ਹਿਰਦੇ ਨੂੰ ਬਹੁਤ ਸੱਟ ਵੱਜੀ। ਉਸਨੇ ਉਸੀ ਵੇਲੇ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਸ੍ਰੀ ਜਪਜੀ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਕੀਤਾ। ਜਿਵੇਂ ਹੀ ਕੰਨਿਆ ਦੇ ਕੰਨਾਂ ਨੇ ਬਾਣੀ ਸੁਣੀ ਤਾਂ ਉਸਦੇ ਹਿਰਦੇ ਤੇ ਤਨ ਨੂੰ ਕਾਂਬਾ ਆ ਗਿਆ। ਉਹ ਸਿਰ ਤੋਂ ਪੈਰਾਂ ਤੱਕ ਹਿੱਲੀ ਤੇ ਚੁੱਪਚਾਪ ਬੈਠ ਗਈ। ਉਸ ਨੂੰ ਬੈਠੀ ਵੇਖ ਕੇ ਸਿੱਖ ਤੇ ਸਿੱਕੜੀ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਐਸਾ ਅਸਰ ਹੋਇਆ ਕਿ ਉਸ ਕੰਨਿਆ ਨੇ ਵੀ ਵਾਹਿਗੁਰੂ ਆਖਿਆ, ਜਦ ਕਿ ਪਹਿਲਾਂ ਕਦੀ ਵਾਹਿਗੁਰੂ ਸ਼ਬਦ ਨਹੀਂ ਸੀ ਆਖਦੀ। ਅਗਲੇ ਦਿਨ ਸਿੱਖ ਕੰਨਿਆ ਨੂੰ ਨਾਲ ਲੈ ਕੇ ਅਨੰਦਪੁਰ ਪੁੱਜਿਆ। ਗੁਰੂ ਜੀ ਨੇ ਅੰਮ੍ਰਿਤ ਛਕਾਇਆ ਤਾਂ ਕੰਨਿਆ ਦਾ ਜਨਮ ਮਰਨ ਸੌਰ ਗਿਆ। ਉਸ ਇਸਤਰੀ ਦਾ ਧਰਮ ਵੀ ਬਚ ਗਿਆ ਅਤੇ ਉਹ ਤੁਰਕਾਂ ਨੂੰ ਮੰਦੇ ਸ਼ਬਦ ਕਹਿਣ ਲੱਗੀ। ਉਸਨੇ ਮਾਂ ਬਾਪ ਨੂੰ ਅਨੰਦਪੁਰ ਵਿੱਚ ਆਖ ਦਿੱਤਾ, ਮੇਰੀ ਸ਼ਾਦੀ ਕਿਸੇ ਸਿੰਘ ਨਾਲ ਕਰ ਦਿਓ। ਮਹਾਰਾਜ ਨੇ ਉਸੇ ਟਾਈਮ ਹੀ ਕਰਮ ਬਦਲ ਦਿੱਤੇ। ਸਾਧ ਸੰਗਤ ਜਿਹੜੀ ਕਹਿੰਦੀ ਸੀ ਮੇਰੇ ਤੁਰਕਾਂ ਦੇ ਨਾਲ ਸ਼ਾਦੀ ਕਰੋ, ਅਤੇ ਜਿਹੜੀ ਅੰਮ੍ਰਿਤ ਛਕ ਕੇ ਹੁਣ ਕਹਿਣ ਲੱਗੀ ਮੇਰੀ ਕਿਸੇ ਗੁਰੂ ਦੇ ਸਿੰਘ ਨਾਲ ਸ਼ਾਦੀ ਕਰੋ, ਮੈਂ ਗੁਰੂ ਘਰ ਵਿੱਚ ਸੇਵਾ ਕਰਿਆ ਕਰਾਂਗੀ। ਮੈਂ ਉਸ ਸਮੇਂ ਗੁਰੂ ਜੀ ਦੀ ਸਿੰਘ ਨਾਲ ਕਰ ਦੇਵੋ ਸੇਵਾ ਕਰਿਆ ਕਰਾਂਗੀ। ਮੈਂ ਉਸ ਸਮੇਂ ਗੁਰੂ ਜੀ ਦੀ ਸਹਾਇਤਾ ਨਾਲ
ਸਿੱਖ ਨੇ ਕੰਨਿਆ ਦੀ ਸ਼ਾਦੀ ਇੱਕ ਸਿੰਘ ਗੱਭਰੂ ਨਾਲ ਕਰ ਦਿੱਤੀ। ਉਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਕਰਨ ਲੱਗੇ। ਭਾਵੇਂ 6ਵੇਂ ਪਾਤਸ਼ਾਹ ਦੇ ਪਿੱਛੋਂ ਸਿੱਖਾਂ ਦਾ ਸਿੱਖੀ ਸਮਾਜ ਕਾਇਮ ਹੋ ਚੁੱਕਾ ਸੀ, ਫਿਰ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਬਹੁਤ ਸੁਧਾਰ ਹੋਇਆ। ਸਿੱਖੀ ਸਮਾਜ ਵਿੱਚ ਇੱਕ ਤਕੜਾ ਭਾਈਚਾਰਾ ਬਣ ਗਿਆ ਅਤੇ ਇਸ ਵਿੱਚੋਂ ਕੁਰੀਤੀਆਂ ਦੂਰ ਹੋ ਗਈਆਂ। ਹੁਣ ਇੱਕ ਦਿਨ ਦੀਵਾਨ ਸਜਿਆ ਹੋਇਆ ਸੀ। ਸਤਿਗੁਰੂ ਜੀ ਦੀ ਨਿਗਾਹ ਅਚਾਨਕ ਇੱਕ ਇਸਤਰੀ 'ਤੇ ਪਈ। ਉਸਨੇ ਡੂੰਘਾ ਘੁੰਡ ਕੱਢਿਆ ਹੋਇਆ ਸੀ। ਉਸਨੇ 2-3 ਵਾਰ ਸੰਗਤ ਵਿੱਚ ਆਉਣ ਦਾ ਯਤਨ ਕੀਤਾ, ਪਰ ਉਹ ਕਾਮਯਾਬ ਨਾ ਹੋਈ। ਉਹ ਵਾਪਸ ਮੁੜ ਜਾਂਦੀ ਰਹੀ। ਸਤਿਗੁਰਾਂ ਨੇ ਸਿੱਖ ਨੂੰ ਭੇਜ ਕੇ ਉਸ ਨੂੰ ਆਪਣੇ ਕੋਲ ਸੱਦਿਆ। ਉਸਨੇ ਆਉਂਦਿਆਂ ਹੀ ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕਿਆ ਅਤੇ 5 ਰੁਪਈਏ ਭੇਟਾ ਕੀਤੇ। ਮੱਥਾ ਟੇਕਣ ਪਿੱਛੋਂ ਉਸ ਇਸਤਰੀ ਨੇ ਬੇਨਤੀ ਕੀਤੀ, ਮੇਰੇ ਧੰਨ ਭਾਗ ਜੋ ਆਪ ਜੀ ਦੇ ਦਰਸ਼ਨ ਹੋ ਗਏ। ਮੈਨੂੰ ਮੇਰਾ ਪਤੀ ਆਪ ਦੇ ਦਰਸ਼ਨ ਕਰਨ ਨਹੀਂ ਆਉਣ ਦਿੰਦਾ ਸੀ। ਮੈਂ ਚੋਰੀ ਆਉਂਦੀ ਸਾਂ, ਪਰ ਭੀੜ ਬਹੁਤ ਹੋਣ ਦੇ ਕਾਰਨ ਮੁੜ ਜਾਂਦੀ ਰਹੀ ਹਾਂ। ਮੈਨੂੰ ਭੈ ਲੱਗਦਾ ਸੀ, ਦਇਆ ਕਰੋ, ਜਿਸ ਤਰ੍ਹਾਂ ਹੋਵੇ ਮੇਰਾ ਪਤੀ ਮੇਰੇ ਘਰ ਦੇ ਹੋਰ ਜੀ ਗੁਰੂ ਘਰ ਦੇ ਸ਼ਰਧਾਲੂ ਬਣ ਜਾਣ। ਹੁਣ ਬੀਬੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਉਸੇ ਸਮੇਂ ਬਚਨ ਕੀਤਾ, ਜਾ ਪੁੱਤਰਗੇ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਪਰ ਸਤਸੰਗਤ ਵਿੱਚ ਘੁੰਡ ਕੱਢ ਕੇ ਨਾ ਆਇਆ ਕਰ। ਸਤਿਗੁਰੂ ਦੀ ਬਾਣੀ ਯਾਦ ਕਰਕੇ ਪੜ੍ਹਿਆ ਕਰ, ਵਾਹਿਗੁਰੂ ਤੇਰੇ ਸਿਦਕ ਨੂੰ ਫਲ ਲਾਵੇਗਾ। ਸਤਿਗੁਰੂ ਦੇ ਪਾਸੋਂ ਐਸਾ ਵਰ ਪ੍ਰਾਪਤ ਕਰਕੇ ਉਹ ਦੇਵੀ ਬੜੀ ਖੁਸ਼ੀ ਘਰ ਗਈ। ਉਸਦੇ ਪਤੀ ਨੇ ਉਸ ਨੂੰ ਪੁੱਛਿਆ, ਕਿੱਥੋਂ ਆਈ ਹੈ? ਹੁਣ ਸਤਿਗੁਰੂ ਦੇ ਦਰਸ਼ਨ ਕਰਕੇ ਬੀਬੀ ਨੇ ਆਪਣੇ ਪਤੀ ਨੂੰ ਉੱਤਰ ਦਿੱਤਾ ਵੀ ਮੈਂ ਮਹਾਰਾਜ ਦੇ ਦਰਬਾਰ 'ਚੋਂ ਆਈ ਹਾਂ। ਉਸ ਨੂੰ ਖਿਆਲ ਸੀ ਕਿ ਉਸਦਾ ਪਤੀ ਮਾਰੇਗਾ ਮੈਨੂੰ, ਵੀ ਕਿੱਥੋਂ ਆਈ ਹਾਂ ਤੂੰ। ਪਰ ਉਹ ਹੈਰਾਨ ਹੋਈ ਜਦੋਂ ਪਤੀ ਨੇ ਉਸ ਨੂੰ ਕੁਝ ਨਾ ਕਿਹਾ ਅਤੇ ਚੁੱਪਚਾਪ ਆਪਣੇ ਕੰਮ ਕਰਨ ਲੱਗ ਪਿਆ। ਹੌਲੀ ਹੌਲੀ ਉਸ ਦਾ ਪਤੀ ਵੀ ਗੁਰੂ ਘਰ ਦੇ ਸਾਹਿਬਾਂ ਦੇ ਦਰਸ਼ਨ ਕਰਨ ਆਉਣ ਲੱਗ ਪਿਆ। ਸਾਰੇ ਪਰਿਵਾਰ ਨੇ ਸਿੱਖੀ ਨੂੰ ਧਾਰਨ ਕੀਤਾ ਅਤੇ ਸਤਿਗੁਰੂ ਜੀ ਦੇ ਪਾਸੋਂ ਅੰਮ੍ਰਿਤ ਪਾਨ ਕੀਤਾ। ਉਸ ਬੀਬੀ ਦੀ ਹਿੰਮਤ ਅਤੇ ਸਰਧਾ ਦੀ ਬਹੁਤ ਉਸਤਤੀ ਹੋਈ। ਰਾਮ ਭਜਨੀ ਨਾਮ ਦੀ ਇੱਕ ਬੀਬੀ ਸੀ। ਉਸਦੇ ਮਾਂ-ਬਾਪ ਗੁਰਸਿੱਖ ਸਨ, ਪਰ ਕਾਲ ਵੱਸ ਹੋ ਚੁੱਕੇ ਸਨ। ਉਹ ਇਕੱਲੀ ਰਹਿ ਗਈ। ਉਸ ਦਾ ਵਿਆਹ ਭਾਵੇਂ ਉਹਦੇ ਮਾਂ-ਬਾਪ ਨੇ ਕੀਤਾ ਸੀ, ਪਰ ਕੀਤਾ ਭੁਲੇਖੇ ਨਾਲ। ਇਸ ਕਰਕੇ ਇਸ ਕਰੀਤੀ ਘਰਾਣੇ ਵਿੱਚ ਵਿਆਹੀ ਗਈ। ਉਹਦਾ ਸਹੁਰਾ ਘਰ ਸਖੀ ਸਰਬਰ ਦਾ ਪੁਜਾਰੀ ਸੀ ਅਤੇ ਨੜੀ ਮਾਰ ਸੀ। ਇੱਕ ਵੀ ਘਰ ਦਾ ਜੀ ਸਤਸੰਗੀ ਨਹੀਂ ਸੀ। ਉਸ ਬੀਬੀ ਦੇ ਸਾਹਮਣੇ ਬਹੁਤ ਵੱਡੀ ਔਕੜ ਪੇਸ਼ ਆਈ। ਇੱਕ ਪਾਸੇ ਗੁਰੂ ਸਾਹਿਬ ਅਤੇ ਗੁਰੂ ਜੀ ਦੀ ਸਿੱਖੀ ਨਾਲ ਪ੍ਰੀਤ, ਦੂਸਰੇ ਪਾਸੇ ਪਤੀ ਅਤੇ ਸਹੁਰੇ ਸੱਸ ਨਾਲ ਸਮਾਜਿਕ ਸੰਬੰਧ। ਉਹ ਕਿਸ ਨੂੰ ਛੱਡੇ ਅਤੇ ਕਿਸ ਨੂੰ ਰੱਖੇ। ਉਸਨੇ ਪਤੀ ਦੇਵ ਅਤੇ ਸੱਸ ਸਹੁਰੇ ਨੂੰ ਬਹੁਤ ਸਮਝਾਇਆ ਕਿ ਉਹਦੇ ਜੀਵਨ ਵਿੱਚ ਰੁਕਾਵਟਾਂ ਨਾ ਪਾਓ, ਪਰ ਉਹ ਨਾ ਮੰਨੇ। ਉਹਨਾਂ ਨੇ ਬੀਬੀ ਨੂੰ ਕਿਹਾ, ਨਾ ਤੂੰ ਬਾਣੀ ਪੜ੍ਹ ਸਕਦੀ ਹੈ, ਨਾ ਤੂੰ ਗੁਰੂ ਕਿਆਂ ਨੂੰ ਮਿਲ ਸਕਦੀ ਹੈ। ਹੁੱਕੇ ਉੱਤੇ ਅੱਗ ਧਰਨੇ ਅਤੇ ਹੁੱਕਾ ਤਿਆਰ ਕਰਕੇ ਦੇਣਾ, ਕਿਰਪਾਨ 'ਤੇ ਕਛਹਿਰਾ ਨਹੀਂ ਰੱਖਣ ਦੇਣਾ। ਐਸੀਆਂ ਪਾਬੰਦੀਆਂ ਲਾਈਆਂ ਕਿ ਬਹੁਤ ਦੁਖੀ ਹੋਈ। ਕਈ ਦਿਨ ਰੋਂਦੀ ਰਹੀ। ਆਖਰ ਵਾਹਿਗੁਰੂ ਨੇ ਉਸ ਨੂੰ ਬਲ ਬਖਸ਼ਿਆ। ਉਸਨੇ ਹੌਸਲੇ ਨਾਲ ਪ੍ਰਤਿੱਗਿਆ ਕੀਤੀ, ਭਾਵੇਂ ਮੇਰੇ ਟੁਕੜੇ ਟੁਕੜੇ ਕਰ ਦੇਣ, ਮੈਂ ਗੁਰਬਾਣੀ ਅਤੇ ਗੁਰਸਿੱਖੀ ਅਤੇ ਗੁਰੂ ਘਰ ਨਾਲੋਂ ਸੰਬੰਧ ਨਹੀਂ ਤੋੜਾਂਗੀ। ਮੈਂ ਦੁਨੀਆ ਨੂੰ ਛੱਡ ਦਿਆਂਗੀ, ਪਰ ਦੀਨ ਨਹੀਂ ਛੱਡਾਂਗੀ।
ਭਾਵੇਂ ਮੈਨੂੰ ਮਾਰ ਸੁੱਟਣ, ਰੋਟੀ ਕੱਪੜਾ ਵੀ ਨਾ ਦੇਣ। ਇਹ ਪ੍ਰਤਿਗਿਆ ਕਰਕੇ ਉਸਨੇ ਸਰਬਰੀਆਂ ਨਾਲ ਘੋਲ ਕਰਨਾ ਆਰੰਭ ਦਿੱਤਾ ਆਪਦੇ ਪਰਿਵਾਰ ਨਾਲ। ਉਸ ਨੂੰ ਹੁੱਕੇ ਉੱਤੇ ਅੱਗ ਧਰਨ ਵਾਸਤੇ ਆਖਿਆ ਅਤੇ ਉਸਨੇ ਜਵਾਬ ਦੇ ਦਿੱਤਾ। ਜੇ ਅੱਗੇ ਹੋ ਕੇ ਹੁੱਕਾ ਨੇੜੇ ਕੀਤਾ, ਉਸਨੇ ਸੋਟਾ ਮਾਰ ਕੇ ਤੋੜ ਦਿੱਤਾ। ਇਸ ਗੁੱਸੇ ਵਿੱਚ ਉਹਦੇ ਪਤੀ ਨੇ ਉਸਨੂੰ ਬਹੁਤ ਕੁੱਟਿਆ। ਮਾਰ ਖਾ ਕੇ ਵੀ ਰਾਮ ਭੰਜਨੀ ਨੇ ਰਾਮ ਨੂੰ ਹੀ ਨਾ ਛੱਡਿਆ। 2 ਦਿਨ ਭੁੱਖੀ ਤਿਹਾਈ ਸਤਨਾਮ ਵਾਹਿਗੁਰੂ ਜਪਦੀ ਰਹੀ। ਵਾਹਿਗੁਰੂ ਨੇ ਉਹਦਾ ਸਿਦਕ ਦੇਖ ਕੇ ਉਹਦੀ ਸਹਾਇਤਾ ਕੀਤੀ। ਆਂਢਾਂ ਗੁਆਂਢਾਂ ਨੂੰ ਪ੍ਰੇਰ ਕੇ ਉਹਦੇ ਕੋਲ ਲੈ ਆਂਦਾ, ਜਿਨ੍ਹਾਂ ਨੇ ਰਾਮ ਭੰਜਨੀ ਦੇ ਸੱਸ ਸਹੁਰੇ ਨੂੰ ਬਹੁਤ ਮਾੜਾ ਚੰਗਾ ਆਖਿਆ ਅਤੇ ਸ਼ਰਮਿੰਦਿਆਂ ਕੀਤਾ। ਇਸ ਤਰ੍ਹਾਂ ਪੂਰਾ ਸਾਲ ਰਾਮ ਭਜਨੀ ਲੜਾਈ ਲੜਦੀ ਰਹੀ। ਇੱਕ ਦਿਨ ਉਹ ਨੱਸ ਕੇ ਗੁਰੂ ਸਾਹਿਬ ਦੀ ਸ਼ਰਨ ਆ ਪੁੱਜੀ। ਉਸਨੇ ਰੋ ਰੋ ਕੇ ਹਾਲ ਦੱਸੇ ਮਹਾਰਾਜ ਨੂੰ। ਜਦੋਂ ਆਪਣੇ ਦੁੱਖਾਂ ਦੀ ਕਹਾਣੀ ਦੱਸ ਰਹੀ ਸੀ ਤਾਂ ਉਸ ਵੇਲੇ ਭਾਈ ਰਾਮ ਸਿੰਘ ਜੀ ਉੱਥੇ ਬੈਠੇ ਸਨ। ਭਾਈ ਜੀ ਨੇ ਬੀਬੀ ਨੂੰ ਹੌਸਲਾ ਦਿੰਦਿਆਂ ਹੋਇਆਂ ਕਿਹਾ, ਪੁੱਤਰੀ ਚਿੰਤਾ ਨਾ ਕਰ, ਵਾਹਿਗੁਰੂ ਦੇ ਭਗਤਾਂ ਨਾਲ ਐਸਾ ਹੀ ਹੋਇਆ ਕਰਦਾ ਹੈ। ਤਾਰਾ ਰਾਣੀ, ਮੀਰਾ ਬਾਈ ਅਤੇ ਕਰਮਾ ਬਾਈ ਆਦਿਕ ਦੇਵੀਆਂ ਨੂੰ ਆਪਣੇ ਪਤੀਆਂ ਅਤੇ ਸੱਸ ਸਹੁਰਿਆਂ ਨਾਲ ਐਸੇ ਘੋਲ ਕਰਨੇ ਪਏ ਸਨ। ਅੰਤ ਨੂੰ ਧਰਮ ਦੀ ਜੈ ਹੁੰਦੀ ਹੈ। ਸੁਣ, ਤੈਨੂੰ ਕਥਾ ਸੁਣਾਉਂਦੇ ਆ। ਕਰਮਾ ਬਾਈ ਦਾ ਪਤੀ ਨਹੀਂ ਸੀ ਚਾਹੁੰਦਾ ਕਿ ਉਸ ਦੀ ਇਸਤਰੀ ਠਾਕਰਾਂ ਦੀ ਪੂਜਾ ਕਰੇ, ਠਾਕਰਾਂ ਦੇ ਸਾਹਮਣੇ ਨੱਚੇ ਅਤੇ ਗਾਵੇ ਅਤੇ ਸਾਧੂ ਸਮਾਗਮ ਦੇ ਵਿੱਚ ਜਾਵੇ। ਉਹ ਉਸ ਨੂੰ ਹਰ ਤਰ੍ਹਾਂ ਤੰਗ ਕਰਨ ਲੱਗਾ। ਅੰਤ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਰਾਣੀ ਸਾਧੂ ਸਮਾਗਮ ਦੇ ਵਿੱਚ ਹਰੀ ਕੀਰਤਨ ਸੁਣਨ ਵਾਸਤੇ ਚਲੀ ਗਈ। ਰਾਜੇ ਨੇ ਫੈਸਲਾ ਕੀਤਾ ਕਿ ਉਹ ਕਰਮਾ ਬਾਈ ਨੂੰ ਸ਼ੇਰ ਕੋਲੋਂ ਮਰਵਾ ਦੇਵੇ। ਉਸਨੇ ਭੁੱਖਾ ਸ਼ੇਰ ਉਹਦੇ ਰਾਹ ਵਿੱਚ ਛੱਡ ਦਿੱਤਾ। ਸ਼ੇਰ ਆਪਣੀ ਖੁਰਾਕ ਲੱਭ ਰਿਹਾ ਸੀ ਕਿ ਕਰਮਾ ਬਾਈ ਗੋਲੀ ਸਮੇਤ ਸਾਧੂ ਸਮਾਗਮ ਦੇ ਵਿੱਚੋਂ ਆਈ। ਉਸਦੀ ਦਾਸੀ ਨੇ ਦੂਰੋਂ ਦੇਖਿਆ ਕਿ ਅੱਗੇ ਸ਼ੇਰ ਹੈ। ਉਸਨੇ ਕਰਮਾ ਬਾਈ ਨੂੰ ਕਿਹਾ, ਰਾਣੀ ਜੀ, ਨਰਸਿੰਘ ਭਗਵਾਨ ਚੱਲੇ ਆ ਰਹੇ ਹਨ, ਉਹ ਕਹਿੰਦੀ। ਇਹ ਸੁਣ ਕੇ ਕਰਮਾ ਬਾਈ ਨੇ ਨੈਣ ਉੱਪਰ ਚੁੱਕ ਕੇ ਦੇਖਿਆ ਅਤੇ ਪ੍ਰਸੰਨਤਾ ਨਾਲ ਕਿਹਾ, ਮੇਰੇ ਧੰਨ ਭਾਗ, ਮੈਂ ਬਲਿਹਾਰੀ ਜਾਵਾਂ। ਮੇਰੇ ਭਗਵਾਨ ਨੇ ਮੈਨੂੰ ਦਰਸ਼ਨ ਦਿੱਤੇ। ਅੱਜ ਮੈਂ ਨਿਹਾਲ ਹੋ ਗਈ ਹਾਂ। ਨਹੀਂ ਸਹੀਓ, ਮੈਂ ਨਿਹਾਲ ਹੋ ਗਈ। ਇਉਂ ਆਖਦੀ ਉਹ ਕਾਹਲੀ ਕਾਹਲੀ ਨਾਲ ਅੱਗੇ ਵਧੀ। ਹੱਥ ਵਿੱਚ ਜੋ ਫੁੱਲਾਂ ਦੀ ਮਾਲਾ ਸੀ ਉਹ ਸ਼ੇਰ ਦੇ ਗਲ ਪਾਉਣ ਵਾਸਤੇ ਅੱਗੇ ਵਧੀ। ਜਦ ਕਰਮਾ ਬਾਈ ਸ਼ੇਰ ਦੇ ਕੋਲੋਂ ਪੁੱਜੀ ਤਾਂ ਖਲੋਤੇ ਹੋਏ ਬੱਬਰ ਸ਼ੇਰ ਨੇ ਧੌਣ ਨੀਵੀਂ ਕਰ ਦਿੱਤੀ। ਕਰਮਾ ਬਾਈ ਨੇ ਫੁੱਲਾਂ ਦੀ ਮਾਲਾ ਸ਼ੇਰ ਦੇ ਗਲ ਵਿੱਚ ਪਾ ਦਿੱਤੀ। ਉਹਦੇ ਪੈਰਾਂ ਨੂੰ ਹੱਥ ਲਾਇਆ, ਉਸ ਦੀ ਆਰਤੀ ਕੀਤੀ। ਨਿਰੀ ਆਰਤੀ ਹੀ ਨਹੀਂ, ਸਗੋਂ ਭਜਨ ਗਾਉਂਦੀ ਹੋਈ ਨੇ ਨਾਚ ਵੀ ਕੀਤਾ। ਸ਼ੇਰ ਸੱਚਮੁੱਚ ਭਗਵਾਨ ਰੂਪ ਹੋ ਕੇ ਚੁੱਪਚਾਪ ਖੜੋਤਾ ਰਿਹਾ, ਕਰਮਾ ਬਾਈ ਵੱਲ ਦੇਖਦਾ ਰਿਹਾ। ਜਦੋਂ ਕਰਮਾ ਬਾਈ ਨੱਚ ਨੱਚ ਕੇ ਥੱਕ ਗਈ ਤਾਂ ਸ਼ੇਰ ਆਪੇ ਹੀ ਇੱਕ ਪਾਸੇ ਤੁਰ ਗਿਆ। ਇਸ ਕੌਤਕ ਨੂੰ ਰਾਜੇ ਦੇ ਆਦਮੀ ਵੇਖਦੇ ਸਨ। ਉਹਨਾਂ ਨੇ ਸਾਰੀ ਹਕੀਕਤ ਜਾ ਕੇ ਆਪਣੇ ਮਾਲਕ ਨੂੰ ਦੱਸੀ। ਉਹ ਵਾਰਤਾ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਰਮਾ ਬਾਈ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਖੁਸ਼ੀ ਦੇ ਸੁਤੰਤਰ ਨਾਲ ਭਗਤੀ ਕਰੇ। ਸੋ ਹੇ ਪੁੱਤਰੀ, ਇਸੇ ਤਰ੍ਹਾਂ ਤੇਰੇ ਪਤੀ ਦੇਵਤਾ ਵੀ ਇੱਕ ਦਿਨ ਤੇਰੀ ਭਗਤੀ ਦੇ ਸ਼ਰਧਾਲੂ ਹੋਣਗੇ। ਚਿੰਤਾ ਨਾ ਕਰ, ਗੁਰੂ ਸਾਹਿਬ ਮਿਹਰ ਕਰਨਗੇ। ਭਾਈ ਰਾਮ ਕੌਰ ਜੀ ਦੇ ਪਾਸੋਂ ਉਪਰੋਕਤ ਕਥਾ ਸਰਵਣ ਕਰਨ 'ਤੇ ਰਾਮ ਭੰਜਨੀ ਨੂੰ ਕੁਝ ਹੌਸਲਾ ਹੋਇਆ। ਦੂਸਰੀ ਅਚੰਭੇ ਦੀ ਇਹ ਗੱਲ ਹੋਈ ਕਿ ਰਾਮ ਭੰਜਨੀ ਦੇ ਪਤੀ ਅਤੇ ਸੱਸ ਸਹੁਰਾ ਆਦਿਕ ਸਾਰੇ ਘਰ ਦੇ ਸਾਰੇ ਰਾਮ ਭੰਜਨੀ ਨੂੰ ਲੱਭਦੇ ਹੋਏ
ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਪੁੱਜੇ। ਸਤਿਗੁਰੂ ਨੇ ਸਾਰਿਆਂ ਦੇ ਉੱਪਰ ਦਇਆ ਦ੍ਰਿਸ਼ਟੀ ਕੀਤੀ, ਉਪਦੇਸ਼ ਨਾਲ ਉਹਨਾਂ ਦੇ ਮਨ ਤਬਦੀਲ ਕੀਤੇ। ਮਨ ਤਬਦੀਲ ਕੀਤੇ ਤੇ ਪੂਰਨ ਗੁਰਸਿੱਖ ਬਣਾ ਕੇ ਰਾਮ ਭੰਜਨੀ ਨਾਲ ਤੋਰੇ। ਉਹ ਸਾਰੀ ਉਮਰ ਗੁਰੂ ਘਰ ਦੇ ਸ਼ਰਧਾਲੂ ਰਹੇ। ਰਾਮ ਭੰਜਨੀ ਦੀ ਉਪਮਾ ਹੁੰਦੀ ਰਹੀ। ਉਹ ਵੱਡ ਪਰਿਵਾਰੀ ਹੋ ਕੇ ਪ੍ਰਲੋਕ ਨੂੰ ਗਈ। ਬਹੁਤ ਵੱਡਾ ਪਰਿਵਾਰ ਹੋਇਆ ਉਹਦਾ ਗਾਂ ਅੱਗੇ ਦੀ ਅੱਗੇ। ਸ਼ੇਰੂਪੁਰੇ ਦਾ ਇੱਕ ਅਰੋੜਾ ਸਿੱਖ ਸੀ। ਉਸਨੇ ਵੀ ਉਸੇ ਤਰ੍ਹਾਂ ਦੀ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਦਤਾਰ ਜੀਓ, ਮੇਰੀ ਵੀ ਫਰਿਆਦ ਹੈ ਕਿ ਮੇਰੀ ਵਹੁਟੀ ਲੀਲਾਵਤੀ ਇੱਕ ਮਲੇਸ਼ ਦੇ ਵੱਸ ਹੋ ਗਈ ਹੈ। ਉਸਨੇ ਜਾਦੂ ਟੂਣੇ ਕਰਕੇ ਮੇਰੀ ਇਸਤਰੀ ਨੂੰ ਵੱਸ ਕਰ ਛੱਡਿਆ ਹੈ। ਰਾਤ ਨੂੰ ਮੇਰੇ ਘਰ ਰਹਿੰਦੀ ਹੈ, ਦਿਨੇ ਉੱਧਰ ਚਲੀ ਜਾਂਦੀ ਹੈ। ਜੇ ਚਿੱਤ ਕਰੇ ਤਾਂ ਰਾਤ ਨੂੰ ਵੀ ਚਲੀ ਜਾਂਦੀ ਹੈ। ਜੇ ਮੈਂ ਰੋਕਦਾ ਤਾਂ ਹਵਾ ਨੂੰ ਤਲਵਾਰਾਂ ਮਾਰਦੀ ਹੈ। ਕੋਈ ਲਾਜ ਦੱਸੋ, ਮੇਰੇ ਨਾਲ ਨਹੀਂ ਆਈ। ਉਸ ਦੀ ਫਰਿਆਦ ਸੁਣ ਕੇ ਸਤਿਗੁਰੂ ਜੀ ਬੋਲੇ, ਹੇ ਗੁਰਮੁਖ ਜਾਨੋ, ਜਾਦੂ ਟੂਣੇ ਸਿੱਖ ਉੱਤੇ ਅਸਰ ਨਹੀਂ ਕਰਦੇ। ਸਿੱਖ ਨੂੰ ਚਾਹੀਦਾ ਕਿ ਸਵੇਰੇ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ। ਰਾਤ ਨੂੰ ਰਹਿ ਰਾਤ ਤੇ ਕੀਰਤਨ ਸੋਹਲਾ ਪੜ੍ਹ ਕੇ ਮੰਜੇ 'ਤੇ ਲੇਟਣਾ ਚਾਹੀਦਾ ਹੈ। ਹੁਣ ਤੂੰ ਇਉਂ ਕਰ, ਆਪਣੇ ਘਰ ਜਾ, ਸੁੱਚੇ ਬਰਤਨ ਵਿੱਚ ਜਲ ਪਾ ਕੇ ਉਸ ਜਲ ਨੂੰ ਅੱਗੇ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰੀਂ। ਪਾਠ ਦੇ ਭੋਗ ਪਿੱਛੋਂ ਜਲ ਉਸ ਨੂੰ ਪਿਲਾ ਦੇਵੀਂ। ਇਸ ਤਰ੍ਹਾਂ 5 ਦਿਨ ਜਲ ਪਿਲਾਉਣ ਪਿੱਛੋਂ ਤੇਰੇ ਘਰੋਂ ਬਾਹਰ ਪੈਰ ਨਹੀਂ ਰੱਖੇਗੀ, ਉਹ ਤੇਰੀ ਹੋ ਜਾਵੇਗੀ। ਹੁਣ ਸਤਿਗੁਰੂ ਦੇ ਬਚਨ ਮੰਨ ਕੇ ਉਹ ਸਿੱਖ ਆਪਣੇ ਪਿੰਡ ਸ਼ੇਰੂਪੁਰੇ ਪਹੁੰਚ ਗਿਆ। ਉਸਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ। ਜਾਂ ਤੀਸਰਾ ਦਿਨ ਹੋਇਆ ਤਾਂ ਉਹ ਮਲੇਸ਼ ਪ੍ਰੇਮੀ ਨਾਲ ਲੜ ਪਈ। ਚੌਥੇ ਦਿਨ ਉੱਧਰ ਗਈ ਹੀ ਨਾ ਤੇ 5ਵੇਂ ਦਿਨ ਘਰ ਰਹੀ। ਉਸ ਸਿੱਖ ਨਾਲ ਪਿਆਰ ਕਰਨ ਲੱਗੀ। ਗੁਰੂ ਸਾਹਿਬਾਂ ਦੀ ਦਇਆ ਦ੍ਰਿਸ਼ਟੀ ਨੂੰ ਦੇਖ ਕੇ ਸਿੱਖ ਬਹੁਤ ਖੁਸ਼ ਹੋਇਆ। ਲੱਗਾ ਸਤਿਗੁਰੂ ਦਾ ਜਸ ਗਾਉਣ। 3 ਮਹੀਨੇ ਪਿੱਛੋਂ ਘਰਵਾਲੀ ਨੂੰ ਨਾਲ ਲੈ ਕੇ ਆਨੰਦਪੁਰ ਆਇਆ। ਅੰਮ੍ਰਿਤ ਛਕਾ ਕੇ ਲੈ ਗਿਆ। ਫਿਰ ਉਹ ਜੋੜੀ ਪੂਰਨ ਸਿੱਖ ਬਣ ਕੇ ਪ੍ਰੇਮ ਨਾਲ ਵਸਣ ਲੱਗੀ। ਹੁਣ ਬੀਬੀ ਦੀਪ ਕੌਰ ਦੀ ਬਹਾਦਰੀ। ਹਿੰਦੁਸਤਾਨ ਦੀ ਇਸਤਰੀ ਜਾਤੀ ਕਦੀ ਬੜੀ ਬਹਾਦਰ, ਦਲੇਰ ਤੇ ਅਣਖੀਲੀ ਹੁੰਦੀ ਸੀ। ਪਰ ਹਿੰਦੂ ਰਾਜ ਦੇ ਅੰਤ ਪਿੱਛੋਂ ਪਰਦੇਸੀਆਂ ਦੀ ਗੁਲਾਮੀ ਅਤੇ ਉਹ ਮੰਨੂ ਦੀ ਉਲਟ ਵਿੱਦਿਆ ਦੇ ਕਾਰਨ ਇਸਤਰੀ ਜਾਤੀ ਸਮੁੱਚੇ ਤੌਰ 'ਤੇ ਨਿਰਬਲ ਹੋ ਗਈ। ਇਸ ਕਮਜ਼ੋਰੀ ਨੂੰ ਅਨੁਭਵ ਕਰਕੇ ਹੀ ਸਤਿਗੁਰੂ ਜੀ ਨੇ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਸਮਾਨਤਾ ਬਖਸ਼ੀ ਸੀ ਤੇ ਅੰਮ੍ਰਿਤ ਪਾਨ ਕਰਾ ਕੇ ਬਹਾਦਰੀ ਸਰਜੀਤ ਕੀਤੀ। ਜਿਨ੍ਹਾਂ ਬੀਬੀਆਂ ਨੇ ਅੰਮ੍ਰਿਤ ਛਕ ਲਿਆ ਸੀ ਉਹ ਸਦਾ ਸ਼ਸਤਰ ਰੱਖਣ ਲੱਗ ਪਈਆਂ ਸਨ। ਸ਼ਸਤਰ ਚਲਾਉਣ ਦਾ ਅਭਿਆਸ ਕਰਦੀਆਂ ਸਨ। ਦੁਸ਼ਮਣਾਂ ਕੋਲ ਉਹਨਾਂ ਨੂੰ ਪੈ ਨਹੀਂ ਸੀ ਆਉਂਦਾ। ਉਹਨਾਂ ਕਈ ਵਾਰ ਦੁਸ਼ਮਣਾਂ ਦੇ ਮਾੜੇ ਪੁਰਖਾਂ ਨਾਲ ਮੁਕਾਬਲਾ ਵੀ ਕਰਕੇ ਵਿਖਾਇਆ। ਇੱਕ ਵਾਰ ਵਿਸਾਖੀ ਦਾ ਪੁਰਬ ਮਨਾਉਣ ਵਾਸਤੇ ਮਾਝੇ ਵਿੱਚੋਂ ਸਿੱਖ ਸੰਗਤ ਆਨੰਦਪੁਰ ਨੂੰ ਜਾ ਰਹੀ ਸੀ। ਰਾਹ ਦੇ ਵਿੱਚ ਇੱਕ ਮੁਸਲਮਾਨ ਰੰਘੜਾਂ ਦਾ ਪਿੰਡ ਆਇਆ। ਉਸ ਪਿੰਡ ਵਿੱਚ ਸਿੱਖ ਸੰਗਤ ਪਾਣੀ ਪੀਣ ਵਾਸਤੇ ਅਟਕ ਗਈ, ਰੁਕ ਗਈ। ਪਾਣੀ ਪੀ ਕੇ ਸੰਗਤ ਅੱਗੇ ਤੁਰ ਗਈ, ਪਰ ਇੱਕ ਦੀਪ ਕੌਰ ਨਾਮ ਦੀ ਬੀਬੀ ਪਿੱਛੇ ਰਹਿ ਗਈ। ਉਹ ਬੀਬੀ ਸੁੰਦਰ ਤੇ ਜਵਾਨ ਬਹੁਤ ਸੀ। ਉਹਦੀ ਜਵਾਨੀ ਨੂੰ ਦੇਖ ਕੇ 4 ਮੁਸਲਮਾਨ ਗੱਭਰੂ ਬੇਈਮਾਨ ਹੋ ਗਏ। ਉਹਨਾਂ ਨੇ ਅੱਗੇ ਹੋ ਕੇ ਬੀਬੀ ਨੂੰ ਘੇਰ ਲਿਆ ਤੇ ਇੱਕ ਨੇ ਕਿਹਾ, ਸੁੰਦਰੀ ਠਹਿਰ ਜਾ, ਅਸਾਂ ਤੈਨੂੰ ਨਹੀਂ ਜਾਣ ਦੇਣਾ। ਕਾਫਰਾਂ ਦੇ ਸੰਗ ਵਿੱਚੋਂ ਤੈਨੂੰ ਕੀ ਪ੍ਰਾਪਤ ਹੋਣਾ ਹੈ?
ਇੱਥੇ ਤੂੰ ਸੁੱਖ ਮਾਣ ਸਾਡੇ ਕੋਲੇ। ਉਹ ਬੀਬੀ ਕਹਿੰਦੀ, ਹੇ ਪਾਪੀਓ। ਬੀਬੀ ਨੇ ਦਲੇਰੀ ਨਾਲ ਉੱਤਰ ਦਿੱਤਾ, ਹੋਸ਼ ਤੋਂ ਕੰਮ ਲਵੋ। ਮੈਂ ਚੰਡੀ ਹਾਂ, ਸਤਿਗੁਰੂ ਸਾਹਿਬ ਦੀ ਸਪੁੱਤਰੀ ਹਾਂ। ਮੈਂ ਮੌਤ ਹਾਂ, ਮੈਨੂੰ ਨਾ ਰੋਕੋ। ਅੱਗੇ ਹਟ ਜਾਵੋ। ਜੇ ਕੋਈ ਗਹਿਣਾ ਲੈਣਾ ਹੈ ਤਾਂ ਮੈਂ ਸੁੱਟਦੀ ਹਾਂ, ਫੜ ਲਵੋ। ਸਾਨੂੰ ਸੋਨੇ ਤੇ ਰੁਪਏ ਦੀ ਲੋੜ ਨਹੀਂ, ਸਗੋਂ ਤੇਰੀ ਲੋੜ ਆ। ਉਹ ਕਹਿਣ ਲੱਗੇ, ਦੁਸ਼ਟ ਬੋਲੇ। ਉਹ ਗੱਲੀਂ ਬਾਤੀਂ ਲਾ ਕੇ ਉਸ ਨੂੰ ਫੜਨਾ ਚਾਹੁੰਦੇ ਸਨ, ਪਰ ਬੀਬੀ ਬਹੁਤ ਹੁਸ਼ਿਆਰ ਸੀ। ਉਸ ਦੀਆਂ ਅੱਖਾਂ ਦੁਸ਼ਮਣਾਂ ਦੇ ਅੰਗਾਂ ਦੀਆਂ ਹਰਕਤਾਂ ਨੂੰ ਦੇਖ ਰਹੀ ਸੀ। ਉਸਨੇ ਸੋਚਿਆ ਕਿ ਦੁਸ਼ਟ ਤਾਂ ਖੋਟੀ ਨੀਤ ਵਾਲੇ ਹਨ। ਇਸ ਕਰਕੇ ਉਸਨੇ ਹੱਥ ਦਾ ਸੋਨੇ ਦਾ ਕੰਗਣ ਲਾ ਕੇ ਸੁੱਟ ਦਿੱਤਾ। ਜਦੋਂ ਇੱਕ ਮੁਸਲਮਾਨ ਝੁੱਕ ਕੇ ਉਸ ਨੂੰ ਫੜਨ ਵਾਸਤੇ ਅੱਗੇ ਹੋਇਆ ਤਾਂ ਬੀਬੀ ਦੀਪ ਕੌਰ ਨੇ ਬਿਜਲੀ ਵਰਗੀ ਫੁਰਤੀ ਨਾਲ ਝਟਪਟ ਤਲਵਾਰ ਨੂੰ ਮਿਆਨ ਵਿੱਚੋਂ ਖਿੱਚਿਆ ਤੇ ਜ਼ੋਰ ਨਾਲ ਘੁੰਮ ਕੇ ਉਸ ਮਲੇਸ਼ ਮੁਸਲਮਾਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਫਿਰ ਦੂਸਰੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪਰ ਸ਼ੇਰਨੀ ਨੇ ਡਟ ਕੇ ਲੜਾਈ ਕੀਤੀ ਤੇ ਚੌਹਾਂ ਹੀ ਮੁਸਲਮਾਨਾਂ ਨੂੰ ਮਾਰ ਦਿੱਤਾ। ਜਦੋਂ ਚੌਹਾਂ ਦੀ ਮੌਤ ਹੋ ਗਈ ਤਾਂ ਪਿੰਡ ਵਾਲਿਆਂ ਨੇ ਹੌਸਲਾ ਨਾ ਪਿਆ ਕਿ ਅੱਗੇ ਹੋ ਕੇ ਬੀਬੀ ਨੂੰ ਘੇਰਨਾ। ਉਹ ਸ਼ੇਰਨੀ ਵਾਂਗ ਚੁੰਗੀਆਂ ਮਾਰਦੀ ਹੋਈ ਆਪਣੇ ਸੰਗ ਵੱਲ ਵਧੀ। ਲਹੂ ਰੰਗੀ ਤਲਵਾਰ ਉਹਦੇ ਹੱਥ ਵਿੱਚ ਸੀ। ਸੰਗ ਨੇ ਜਦੋਂ ਲਹੂ ਲਿਬੜੀ ਤਲਵਾਰ ਦੇਖੀ ਤਾਂ ਪੁੱਛਿਆ ਕਿ ਕੀ ਮਾਮਲਾ ਸੀ। ਤਾਂ ਬੀਬੀ ਨੇ ਸਾਰੀ ਘਟਨਾ ਨੂੰ ਬਿਆਨ ਕਰ ਦਿੱਤਾ। ਉਹ ਬੀਬੀ ਦੀ ਦਲੇਰੀ ਦਾ ਪ੍ਰਸੰਗ ਸੁਣ ਕੇ ਸੰਗ ਦੇ ਸਾਰੇ ਨਰ ਨਾਰੀ ਬਹੁਤ ਖੁਸ਼ ਹੋਏ। ਜਸ ਕਰਨ ਲੱਗੇ। ਜਦੋਂ ਅਨੰਦਪੁਰ ਪੁੱਜੇ ਤਾਂ ਸਤਿਗੁਰੂ ਜੀ ਨੂੰ ਸਾਰਾ ਪ੍ਰਸੰਗ ਸੁਣਾਇਆ। ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ, ਬਸ ਹਰ ਇੱਕ ਸਿੰਘ ਨੂੰ ਬੀਬੀ ਵਾਂਗ ਇਸੇ ਤਰ੍ਹਾਂ ਦਲੇਰ ਤੇ ਨਿਰਭੈ ਹੋਣਾ ਚਾਹੀਦਾ ਹੈ। ਜੇਕਰ ਸਤ ਧਰਮ ਦੀ ਰੱਖਿਆ ਵਾਸਤੇ ਕੋਈ ਇਸਤਰੀ ਦੁਸ਼ਮਣ ਨਾਲ ਮੁਕਾਬਲਾ ਕਰੇਗੀ ਤਾਂ ਜ਼ਰੂਰੀ ਅਕਾਲ ਪੁਰਖ ਉਸ ਦੀ ਸਹਾਇਤਾ ਕਰੇਗਾ। ਸੰਸਾਰ ਵਿੱਚ ਸੰਤਾਨ ਸ਼ਕਤੀਆਂ ਬਹੁਤ ਹੋ ਗਈਆਂ ਹਨ। ਇਹਨਾਂ ਵਿੱਚੋਂ ਬਚਣ ਵਾਸਤੇ ਸ਼ਾਸਤਰਾਂ ਦਾ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਾਨੂੰ ਸ਼ਾਸਤਰ ਰੱਖਣ ਵਾਸਤੇ ਹੁਕਮ ਕੀਤਾ ਗਿਆ ਹੈ। ਜੇਕਰ ਸ਼ਾਸਤਰ ਨਾ ਹੁੰਦੇ ਤਾਂ ਜ਼ਰੂਰ ਹੀ ਬੀਬੀ ਨੇ ਦੁਸ਼ਟਾਂ ਦੇ ਕਾਬੂ ਆ ਜਾਣਾ ਸੀ। ਮੇਰੇ ਸਿੱਖ ਕਦੀ ਸ਼ਾਸਤਰ ਦਾ ਵਿਸਾਹ ਨਾ ਕਰਨ। ਬਸ ਫਿਰ ਕੋਈ ਚਿੰਤਾ ਨਹੀਂ, ਸਿੰਘਾਂ ਉੱਤੇ ਬਹੁਤ ਮੁਸੀਬਤਾਂ ਦੇ ਪਹਾੜ ਟੁੱਟਣੇ ਹਨ। ਉਸ ਵੇਲੇ ਇਹ ਚੀਜ਼ਾਂ ਸਿੰਘਾਂ ਦੀਆਂ ਸਹਾਇਤਾ ਕਰਨਗੀਆਂ। ਮਿਲਾਪ ਅਕਾਲ ਪੁਰਖ 'ਤੇ ਭਰੋਸਾ, ਗੁਰਬਾਣੀ ਤੇ ਸ਼ਾਸਤਰ। ਜਿਹੜੇ ਸਿੰਘ ਇਹਨਾਂ ਦਾ ਆਸਰਾ ਨਹੀਂ ਛੱਡਣਗੇ ਉਹ ਕਦੀ ਦੁੱਖ ਨਹੀਂ ਉਠਾਉਣਗੇ। ਇਸ ਤਰ੍ਹਾਂ ਉਪਦੇਸ਼ ਕਰਕੇ ਸਤਿਗੁਰੂ ਜੀ ਨੇ ਸੰਗਤ ਨੂੰ ਨਿਹਾਲ ਕੀਤਾ। ਹੁਣ ਅੱਗੇ ਇੱਕ ਸਰਬਰੀਆ ਸਿੱਖ। ਹੁਣ ਸਤਿਗੁਰੂ ਦੇ ਕੌਤਕ ਨਿਆਰੇ ਹਨ, ਕੋਈ ਅੰਤ ਨਹੀਂ ਆਉਂਦਾ। ਜਿੰਨੇ ਉਹਨਾਂ ਤਾਰੇ ਹਨ ਉਨੇ ਕਿਸੇ ਤਾਰੇ ਵੀ ਨਹੀਂ। ਸਤਿਗੁਰੂ ਨੂੰ ਇੱਕ ਦਿਨ ਮੁਖੀ ਸਿੱਖ ਨੇ ਕਿਹਾ, ਸੱਚੇ ਪਾਤਸ਼ਾਹ, ਸਿਆਲ ਦੀ ਰੁੱਤ ਆਈ ਆ, ਠੰਡ ਤੋਂ ਬਚਣ ਵਾਸਤੇ ਵਸਤਰਾਂ ਦੀ ਲੋੜ ਹੈ। ਫੌਜਾਂ ਬੇਅੰਤਨ, ਕੋਈ ਪ੍ਰਬੰਧ ਕੀਤਾ ਜਾਵੇ। ਸਿੱਖ ਦੇ ਬਚਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾਉਂਦਿਆਂ ਹੋਇਆ ਆਖਿਆ, ਚਿੰਤਾ ਨਾ ਕਰੋ, ਅਕਾਲ ਪੁਰਖ ਨੂੰ ਅਸਾਂ ਦੀ ਚਿੰਤਾ ਹੈ। ਉਹ ਬੰਦੋਬਸਤ ਕਰ ਰਿਹਾ ਹੈ, ਉਡੀਕ ਕਰੋ। ਕਦੀ ਹੌਸਲਾ ਨਹੀਂ ਹਾਰਨਾ ਚਾਹੀਦਾ, ਕੱਲ੍ਹ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਗੁਰੂ ਨੇ ਸਾਹਿਬ ਨੇ ਉੱਤਰ ਦਿੱਤਾ ਤੇ ਹੋਰ ਮਾਮਲਿਆਂ ਵਿੱਚ ਰੁੱਝ ਗਏ। ਅਗਲਾ ਦਿਨ ਹੋਇਆ ਤਾਂ ਇੱਕ ਆਦਮੀ ਜੋ ਹਿੰਦੂ ਸੀ, ਸਿਰ ਉੱਤੇ ਰੁਪਈਆਂ ਦੀ ਪੰਡ ਬੰਨ੍ਹੀ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਰੁਪਈਏ ਸਤਿਗੁਰਾਂ ਦੇ ਚਰਨਾਂ ਅੱਗੇ ਢੇਰੀ ਕਰ ਦਿੱਤੇ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮਹਾਰਾਜ, ਇਹ ਤਿਲ ਫੁੱਲ ਪ੍ਰਵਾਨ ਕਰਨਾ ਆਪ ਦੀ ਬਹੁਤ ਕਿਰਪਾਲਤਾ ਹੈ। ਜੋ ਮੇਰੇ ਕਾਰਜ ਰਾਸ ਹੋ ਗਏ ਹਨ, ਮੇਰਾ ਬੇੜਾ ਬੰਨੇ ਲੱਗ ਗਿਆ ਹੈ।
ਜੇਕਰ ਆਪ ਦਇਆ ਨਾ ਕਰਦੇ ਤਾਂ ਜ਼ਰੂਰ ਹੀ ਮੈਂ ਤਬਾਹ ਹੋ ਜਾਣਾ ਸੀ। ਉਸ ਦੇ ਬਚਨ ਸੁਣ ਕੇ ਅਰਦਾਸੀਏ ਤੋਂ ਹੋਰ ਸਿੱਖ ਤਾਂ ਹੈਰਾਨ ਹੋਏ, ਪਰ ਸਤਿਗੁਰੂ ਜੀ ਮੁਸਕਰਾਉਂਦੇ ਰਹੇ, ਖੁਸ਼ ਹੁੰਦੇ ਰਹੇ। ਆਖਰ ਸਤਿਗੁਰੂ ਜੀ ਨੇ ਪੁੱਛਿਆ, ਸੁਣਾ ਭਾਈ ਜੀ, ਤੈਨੂੰ ਕੀ ਦੁੱਖ ਸੀ? ਕਿਸ ਬਿਪਤਾ ਦੇ ਪਾਸੋਂ ਤੇਰਾ ਛੁਟਕਾਰਾ ਹੋਇਆ? ਉਹ ਸਿੱਖ ਨੇ ਆਪਣੀ ਵਾਰਤਾ ਇਉਂ ਸੁਣਾਉਣੀ ਸ਼ੁਰੂ ਕੀਤੀ। ਮੈਂ ਹੁਣ ਤੱਕ ਸਖੀ ਸਰਵਰ ਦਾ ਚੇਲਾ ਰਿਹਾ ਹਾਂ। ਸੈਂਕੜੇ ਵਾਰ ਰੋਟ ਤੇ ਚੂਰਮੇ ਦਿੱਤੇ ਅਤੇ ਕਈ ਵਾਰ ਨਗਾਹੇ ਪੁੱਜਾ। ਸੰਗਲਾਂ ਨਾਲ ਖੇਡਾਂ ਵੀ ਦਿੱਤੀਆਂ, ਪਰ ਨਾ ਮੇਰੇ ਮਨ ਦਾ ਹਨੇਰਾ ਦੂਰ ਹੋਇਆ ਤੇ ਨਾ ਹੀ ਮੇਰਾ ਕੋਈ ਕਾਰਜ ਸੌਰਿਆ। ਹੁਣ ਮੈਨੂੰ ਬਿਪਤਾ ਪਈ, ਮੈਂ ਸੌਦਾਗਰ ਆਦਮੀ ਹਾਂ। ਇੱਕ ਦਿਨ ਸੌਦਾਗਰੀ ਵਿੱਚ ਮੈਨੂੰ ਬਹੁਤ ਘਾਟਾ ਪੈਣਾ ਸੀ। ਮੇਰਾ ਸਮਾਨ ਐਸਾ ਸੀ ਜੋ ਮੀਂਹ ਵਿੱਚ ਭਿੱਜ ਕੇ ਕੱਖ ਨਹੀਂ ਸੀ ਰਹਿੰਦਾ। ਕਈ ਹਜ਼ਾਰਾਂ ਦਾ ਘਾਟਾ ਪੈਣਾ ਸੀ। ਮੈਂ ਸਖੀ ਸਰਵਰ ਨੂੰ ਯਾਦ ਕੀਤਾ, ਹੋਰ ਪੀਰ ਫਕੀਰ ਮਨਾਏ ਕਿ ਮੀਂਹ ਨਾ ਵਰੇ, ਪਰ ਕਾਲੀ ਘਟਾ ਸਿਰ 'ਤੇ ਹੋਰ ਜ਼ੋਰ ਨਾਲ ਮੰਡਰਾਉਣ ਲੱਗੀ। ਉਸ ਵੇਲੇ ਮੈਂ ਸਤਿਗੁਰੂ ਨਾਨਕ ਦੇਵ ਜੀ ਨੂੰ ਚੇਤੇ ਕੀਤਾ। ਮੈਨੂੰ ਕਿਸੇ ਨੇ ਦੱਸਿਆ ਹੋਇਆ ਸੀ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ, ਉਸ ਗੁਰੂ ਗੱਦੀ ਦਾ ਧਿਆਨ ਧਰ ਕੇ ਜੋ ਮੁਰਾਦ ਮੰਗੋਗੇ ਉਹ ਪੂਰੀ ਹੁੰਦੀ ਹੈ। ਬਸ ਸਿਮਰਨ ਦੀ ਟੈਲੀ ਸੀ ਕਿ ਸਾਰੇ ਕਾਰਜ ਰਾਸ ਹੋ ਗਏ। ਉਸ ਵੇਲੇ ਕਾਲੀ ਘਟਾ ਨਿਕਲ ਗਈ ਅਤੇ ਸੂਰਜ ਨਿਕਲ ਆਇਆ। ਮੇਰਾ ਸਾਰਾ ਮਾਲ ਖਰਾਬ ਹੋਣੋਂ ਬਚ ਗਿਆ। ਉਸ ਦੇ ਬਚਾਅ ਦੇ ਪਿੱਛੋਂ ਮੈਂ ਫੈਸਲਾ ਕੀਤਾ ਕਿ ਜੋ ਨਫਾ ਬਚੇਗਾ ਸੋ ਮੈਂ ਬਾਬੇ ਨਾਨਕ ਜੀ ਦੀ ਗੁਰਗੱਦੀ ਦੀ ਭੇਟਾ ਕਰ ਦੇਵਾਂਗਾ। ਹੁਣ ਇਹ ਰਕਮ ਮੈਂ ਲੈ ਕੇ ਆਇਆ ਹਾਂ, 3000 ਹੈ। ਇਸ ਨੂੰ ਪ੍ਰਵਾਨ ਕਰੋ। ਅੱਗੇ ਨੂੰ ਕਲਿਆਣ ਦਾ ਸਾਧਨ ਦੱਸੋ ਕਰ ਦਿਆ ਕਰੋ। ਸਤਿਗੁਰੂ ਦਇਆ ਦੇ ਘਰ ਆਏ। ਉਹਨਾਂ ਨੇ ਉਹਦੀ ਉਹ ਰਕਮ ਪ੍ਰਵਾਨ ਕਰ ਲਈ ਅਤੇ ਉਸ ਸਿੱਖ ਨੂੰ ਸਿੱਖ ਬਣਾ ਲਿਆ। ਜਿਉਂਦੇ ਜੀ ਉਹ ਗੁਰੂ ਘਰ ਦਾ ਪ੍ਰੇਮੀ ਅਤੇ ਸ਼ਰਧਾਲੂ ਰਿਹਾ। ਹੁਣ ਸਾਧ ਸੰਗਤ ਰਾਮ ਕਹਿਰ ਜੀ ਨੇ ਅੰਮ੍ਰਿਤ ਛਕਣਾ। ਹੁਣ ਰਾਮ ਕਹਿਰ ਜੀ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਸੀ। ਇਹ ਬਹੁਤ ਬਲੀ ਵਿਦਵਾਨ ਅਤੇ ਸਮਝਦਾਰ ਭਗਤੀ ਭਾਵ ਵਾਲਾ ਸੀ। ਉਹ ਸਦਾ ਸਤਿਗੁਰੂ ਜੀ ਦੇ ਨਾਲ ਰਹਿੰਦਾ ਸੀ, ਪਰ ਉਸਨੇ ਅੰਮ੍ਰਿਤਪਾਨ ਨਹੀਂ ਸੀ ਕੀਤਾ। ਇੱਕ ਦਿਨ ਸਤਿਗੁਰੂ ਦੇ ਨਾਲ ਸ਼ਿਕਾਰ ਖੇਡਣ ਜਾ ਰਹੇ ਸਨ ਕਿ ਰਾਹ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ, ਬਾਬਾ ਬੁੱਢਾ ਜੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਅਤੇ ਪੱਕੇ ਗੁਰਸਿੱਖ ਸਨ, ਔਰ ਉਹਨਾਂ ਦੇ ਬੰਸ ਵਿੱਚੋਂ ਭਾਈ ਰਾਮ ਕਹਿਰ ਜੀ, ਇਹਨਾਂ ਨੇ ਅਜੇ ਅੰਮ੍ਰਿਤ ਕਿਉਂ ਨਹੀਂ ਛਕਿਆ? ਕੀ ਗੱਲ ਦੇਖੋ, ਇਹਨਾਂ ਦੇ ਕੇਸ ਕਿਵੇਂ ਖਿਲ ਰਹੇ ਹਨ। ਹੁਣ ਸਤਿਗੁਰੂ ਜੀ ਮੁਸਕਰਾ ਪਏ ਅਤੇ ਬਚਨ ਕੀਤਾ, ਸਮਾਂ ਆ ਗਿਆ ਹੈ, ਕੱਲ੍ਹ ਹੀ ਅੰਮ੍ਰਿਤਪਾਨ ਕਰ ਲੈਣਗੇ। ਅਗਲੇ ਦਿਨ ਭਾਈ ਰਾਮ ਕਹਿਰ ਜੀ ਨੇ 40 ਕੁ ਹੋਰ ਸਿੱਖਾਂ ਦੇ ਨਾਲ ਅੰਮ੍ਰਿਤ ਛਕ ਲਿਆ। ਅੰਮ੍ਰਿਤਪਾਨ ਕਰਨ ਪਿੱਛੋਂ ਆਪ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ। ਇਹਨਾਂ ਨੇ ਬੰਦਾ ਸਿੰਘ ਬਹਾਦਰ ਦੇ ਸਮੇਂ ਆਪਣੇ ਨਗਰ ਰਮਦਾਸ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਹੁਣ ਭਾਈ ਜੋਗਾ ਸਿੰਘ ਦਾ ਪ੍ਰਸੰਗ। ਹੁਣ ਪੇਸ਼ਾਵਰ ਦਾ ਇੱਕ ਸਿੱਖ ਘਰਾਣਾ ਸੀ। ਉਹ ਇੱਕ ਬੱਚਾ ਸਤਿਗੁਰੂ ਜੀ ਦੇ ਪਾਸ ਛੱਡ ਗਏ। ਸਤਿਗੁਰੂ ਨੇ ਪੁੱਛਿਆ, ਕਾਕਾ ਤੇਰਾ ਨਾਮ ਕੀ ਹੈ? ਉਹ ਕਹਿਣ ਲੱਗਾ, ਜੀ ਜੋਗਾ। ਬੱਚੇ ਨੇ ਉੱਤਰ ਦਿੱਤਾ ਸੀ। ਮਹਾਰਾਜ ਕਹਿਣ ਲੱਗੇ, ਕਿਸ ਜੋਗਾ? ਸਤਿਗੁਰੂ ਦਾ ਬਚਨ ਸੀ। ਸਤਿਗੁਰਾਂ ਜੋਗਾ ਮਾਸੂਮ ਬੱਚੇ ਦਾ ਦੂਸਰਾ ਉੱਤਰ ਸੀ, ਜੀ ਸੋਡੇ ਜੋਗਾ। ਬਸ ਉਸ ਦਿਨ ਤੋਂ ਸਤਿਗੁਰੂ ਜੀ ਪਾਸ ਹੀ ਜੋਗਾ ਸਿੰਘ ਰਹਿ ਪਿਆ। ਉਹ ਉੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਜਦੋਂ ਜਵਾਨ ਹੋਇਆ ਤਾਂ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਿਆ। ਉਸ ਦਾ ਨਾਮ ਜੋਗਾ ਸਿੰਘ ਰੱਖਿਆ ਗਿਆ। ਰਾਤ ਦਿਨ ਸੇਵਾ ਕਰਦਾ ਅਤੇ ਸਤਿਗੁਰੂ ਜੀ ਦੀ ਆਗਿਆ ਮੰਨਣ ਵਿੱਚ ਪ੍ਰਸਿੱਧ।
ਪ੍ਰਸਿੱਧ ਸੀ। ਕਿਸੇ ਵੀ ਵੇਲੇ ਗੁਰੂ ਜੀ ਉਸ ਨੂੰ ਕੋਈ ਕੰਮ ਆਖਦੇ ਉਸੇ ਵੇਲੇ ਕਰ ਦਿੰਦਾ ਸੀ। ਹੁਕਮ ਦੀ ਪਾਲਣਾ ਬਹੁਤ ਕਰਦਾ ਸੀ। ਰੋਟੀ ਪਾਣੀ ਦਾ ਵੀ ਖਿਆਲ ਨਾ ਕਰਦਾ। ਉਸ ਨੂੰ ਕੁਝ ਹੰਕਾਰ ਹੋ ਗਿਆ ਕਿ ਉਹ ਆਗਿਆ ਦੀ ਪਾਲਣ ਕਰਨ ਵਿੱਚ ਸਭ ਤੋਂ ਉੱਤਮ ਹੈ। ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਚੰਗੇ ਸਿੱਖ ਦੀ ਰਾਖੀ ਆਪ ਸਤਿਗੁਰੂ ਜੀ ਕਰਦੇ ਹਨ। ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਸਿੱਖ ਹਉਮੈ ਦਾ ਰੋਗ ਨਾਲ ਰੋਗੀ ਹੋ ਕੇ ਸੇਵਾ ਅਤੇ ਮਨੁੱਖਤਾ ਦੇ ਚੰਗੇਰ ਅਸੂਲਾਂ ਤੋਂ ਦੂਰ ਚਲਿਆ ਜਾਵੇ। ਸਤਿਗੁਰਾਂ ਨੇ ਚਿੱਤ ਵਿੱਚ ਫੈਸਲਾ ਕੀਤਾ ਕਿ ਜ਼ਰੂਰ ਸਿੱਖ ਦਾ ਹਉਮੈ ਦਾ ਰੋਗ ਦੂਰ ਕਰਨਾ ਚਾਹੀਦਾ ਹੈ। ਸਬੱਬ ਨਾਲ ਭਾਈ ਜੋਗਾ ਸਿੰਘ ਦਾ ਬਾਪ ਆ ਗਿਆ। ਉਸਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ, ਮਹਾਰਾਜ, ਅਕਾਲ ਪੁਰਖ ਦੀ ਅਪਾਰ ਕਿਰਪਾ ਤੇ ਆਪ ਦੀ ਦਇਆ ਦ੍ਰਿਸ਼ਟੀ ਨਾਲ ਜੋਗਾ ਸਿੰਘ ਹੁਣ ਜਵਾਨ ਹੋ ਗਿਆ। ਇਸ ਦੀ ਮੰਗਣੀ ਹੋਈ ਹੈ ਤੇ ਵਿਆਹ ਕਰਨਾ ਹੈ। ਵਿਆਹ ਦਾ ਦਿਨ ਵੀ ਮਿਥਿਆ ਗਿਆ। ਆਗਿਆ ਬਖਸ਼ੋ। ਇਹ ਪਿੰਡ ਪਸ਼ਾਵਰ ਜਾਵੇ ਤੇ ਵਿਆਹ ਕਰ ਲਵੇ। ਵਿਆਹ ਕਰਾਉਣ ਪਿੱਛੋਂ ਫਿਰ ਆਪ ਦੇ ਪਾਸ ਆ ਜਾਵੇਗਾ। ਜੋ ਜਗਤ ਦੀ ਚਾਲ ਹੈ ਸੋ ਵਿਹਾਰ ਕਰਨੇ ਹੀ ਪੈਂਦੇ ਹਨ। ਇਸ ਵਾਸਤੇ ਕਿਰਪਾ ਕਰੋ ਤੇ ਇਸ ਨੂੰ ਮੇਰੇ ਨਾਲ ਤੋਰੋ। ਹੁਣ ਸਤਿਗੁਰੂ ਨੇ ਸਭ ਵਾਰਤਾ ਸੁਣ ਕੇ ਪ੍ਰਸੰਨਤਾ ਦੇ ਨਾਲ ਬਚਨ ਕੀਤਾ, ਖੁਸ਼ੀ ਨਾਲ ਜਾਓ, ਇਹਨਾਂ ਨੂੰ ਨਾਲ ਲੈ ਜਾਵੋ ਅਤੇ ਆਨੰਦ ਕਾਰਜ ਕਰੋ। ਸਾਨੂੰ ਪੂਰਨ ਖੁਸ਼ੀ ਹੈ। ਉੱਧਰ ਗੁਰੂ ਜੀ ਨੇ ਹੋਰ ਵੀ ਭਾਣਾ ਵਰਤਾਉਣ ਦੀ ਇੱਛਾ ਕੀਤੀ। ਪ੍ਰਭੂ ਦੇ ਚਿੱਤ ਆਇਆ ਕਿ ਸਿੱਖ ਦਾ ਸਿਦਕ ਪਰਖਿਆ ਜਾਵੇ। ਹੁਣ ਸਤਿਗੁਰਾਂ ਨੇ ਉਸੇ ਦਿਨ ਦਾ ਗਿਆਨ ਸੀ ਕਿ ਇੱਕ ਦਿਨ ਭਾਈ ਜੋਗਾ ਦੀਆਂ ਲਾਵਾਂ ਹੋਣੀਆਂ ਸਨ। ਉਹਨਾਂ ਨੇ ਇੱਕ ਸਿੱਖ ਨੂੰ ਕੋਲ ਸੱਦਿਆ ਤੇ ਆਖਿਆ, ਇਹ ਹੁਕਮਨਾਮਾ ਲੈ ਕੇ ਪਸ਼ਾਵਰ ਪਹੁੰਚੋ। ਜਦੋਂ ਭਾਈ ਜੋਗਾ ਸਿੰਘ ਦੀਆਂ ਲਾਵਾਂ ਹੋਣ ਲੱਗਣਗੀਆਂ ਉਸੇ ਵੇਲੇ ਹੁਕਮਨਾਮਾ ਨੂੰ ਫੜਾ ਦੇਣਾ। ਪਹਿਲਾਂ ਕੁਝ ਨਾ ਦੱਸਣਾ। ਹੁਕਮਨਾਮਾ ਤਦੋਂ ਫੜਾਉਣਾ ਜਦੋਂ 2 ਲਾਵਾਂ ਹੋ ਚੁੱਕਣ। ਜਿਵੇਂ ਮਹਾਰਾਜ ਦਾ ਹੁਕਮ ਆ ਕੇ ਸਿੱਖ ਸਤਿਗੁਰੂ ਦਾ ਹੁਕਮਨਾਮਾ ਲੈ ਕੇ ਅਨੰਦਪੁਰ ਤੋਂ ਪਸ਼ਾਵਰ ਨੂੰ ਚੱਲ ਪਿਆ। ਦੂਸਰੇ ਪਾਸੇ ਭਾਈ ਜੋਗਾ ਸਿੰਘ ਦਾ ਵਿਆਹ ਰਚਿਆ ਗਿਆ। ਜੰਝ ਚੜ੍ਹੀ, ਲੜਕੀ ਵਾਲੇ ਘਰ ਢੁਕੀ। ਸਵੇਰੇ ਅੰਮ੍ਰਿਤ ਵੇਲੇ ਲਾਵਾਂ ਹੋਣ ਲੱਗੀਆਂ। ਹੁਣ ਜਦੋਂ 2 ਲਾਵਾਂ ਹੋ ਗਈਆਂ ਤਾਂ ਆਨੰਦਪੁਰੋਂ ਪਹੁੰਚੇ ਸਿੱਖ ਨੇ ਸਤਿਗੁਰੂ ਦਾ ਹੁਕਮਨਾਮਾ ਭਾਈ ਜੋਗਾ ਸਿੰਘ ਨੂੰ ਫੜਾ ਦਿੱਤਾ। ਇਸ ਹੁਕਮਨਾਮੇ ਵਿੱਚ ਲਿਖਿਆ ਹੋਇਆ ਸੀ, ਹੁਕਮਨਾਮਾ ਦੇਖਦੇ ਸਾਰ ਹੀ ਆ ਜਾਓ, ਜ਼ਰੂਰੀ ਕੰਮ ਹੈ। ਹੁਕਮਨਾਮਾ ਦੇਖਣ ਪਿੱਛੋਂ ਇੱਕ ਪਲ ਨਾ ਰੁਕਣਾ। ਭਾਈ ਜੋਗਾ ਸਿੰਘ ਨੇ ਹੁਕਮਨਾਮਾ ਪੜ੍ਹਦੇ ਸਾਰ ਅੱਗੇ ਤੁਰ ਤੋਂ ਨਾ ਕਰ ਦਿੱਤੀ। ਬਸ ਹੋਰ ਲਾਵਾਂ ਨਹੀਂ ਹੋ ਸਕਦੀਆਂ, ਮੈਂ ਚਲਿਆ ਹਾਂ। ਮੇਰੇ ਸਤਿਗੁਰੂ ਨੇ ਮੈਨੂੰ ਯਾਦ ਕੀਤਾ ਹੈ। ਸਤਿਗੁਰੂ ਦਾ ਹੁਕਮ ਹੈ, ਮੈਂ ਨਹੀਂ ਰੁਕ ਸਕਦਾ। ਇਹ ਆ ਕੇ ਉਸਨੇ ਪੱਲਾ ਹੱਥੋਂ ਛੱਡ ਦਿੱਤਾ ਅਤੇ ਮਹਾਰਾਜ ਦੀ ਹਜ਼ੂਰੀ ਵਿੱਚੋਂ ਪਰੇ ਹੋ ਗਿਆ। ਭਾਈ ਜੋਗਾ ਸਿੰਘ ਦੇ ਪਿਤਾ, ਰਿਸ਼ਤੇਦਾਰ ਅਤੇ ਮਿੱਤਰ ਸਾਰੇ ਹੈਰਾਨ ਹੋ ਗਏ। ਉਹਨਾਂ ਨੇ ਅੱਗੇ ਹੋ ਕੇ ਰੋਕਿਆ, ਤਰਲੇ ਕੀਤੇ। 5-7 ਪਲ ਦੀ ਖੇਡ ਹੈ, ਛੇਤੀ ਮੁੱਕ ਜਾਵੇ। 2 ਲਾਵਾਂ ਹੋਣ ਤੋਂ ਦੇ ਵਿੱਚ ਚੱਲਿਆ ਜਾਵੀਂ, ਫਿਰ ਚੱਲਿਆ ਜਾਵੀਂ। ਇੰਨੀ ਕਾਹਲੀ ਵਿੱਚ ਤਾਂ ਸਤਿਗੁਰੂ ਦੇ ਹੁਕਮ ਦੀ ਲੰਘਣਾ ਨਹੀਂ ਹੋਵੇਗੀ। ਹੱਠ ਛੱਡ ਦੇ। ਲਾਵਾਂ ਦਾ ਵਿਚਾਲੇ ਛੱਡਣਾ ਬਹੁਤ ਭੁੱਲ ਹੁੰਦੀ ਹੈ। ਮੈਂ ਨਹੀਂ ਰੁਕਣਾ, ਮੈਂ ਨਹੀਂ ਰੁਕਣਾ ਆਖ ਕੇ ਭਾਈ ਜੋਗਾ ਸਿੰਘ ਵਿਆਹ ਵਾਲੇ ਅਸਥਾਨ ਤੋਂ ਨੱਸ ਉੱਠਿਆ। ਉਸਨੇ ਲੀੜੇ ਨਹੀਂ ਬਦਲੇ, ਜੋੜਾ ਵੀ ਨਹੀਂ ਪਾਇਆ ਅਤੇ ਰਾਹ ਦਾ ਖਰਚ ਨਹੀਂ ਲਿਆ ਅਤੇ ਨਾ ਕਿਸੇ ਸਾਥੀ ਨੂੰ ਉਡੀਕਿਆ। ਬਸ ਤੁਰਨ ਦੀ ਗੱਲ ਕੀਤੀ ਤੇ ਸ਼ਹਿਰ ਤੋਂ ਬਾਹਰ ਹੋ ਗਿਆ। ਸਾਰੇ ਉਹਦੀ ਪਿੱਠ ਦੇਖਦੇ ਰਹਿ ਗਏ। ਭਾਈ ਜੋਗਾ ਦੇ ਪੱਲੇ ਸਾਫੇ ਨਾਲ ਬਾਕੀ ਦੀਆਂ 2 ਲਾਵਾਂ ਕੀਤੀਆਂ ਅਤੇ ਵਿਆਹ ਦੀ ਰਸਮ ਪੂਰੀ ਕੀਤੀ। ਜਦੋਂ ਰਸਮ ਪੂਰੀ ਹੋ ਗਈ ਤਾਂ ਭਾਈ ਜੋਗਾ ਸਿੰਘ ਦਾ ਪਿਤਾ ਨੂੰਹ ਦਾ ਡੋਲਾ ਲੈ ਕੇ ਘਰ ਚਲਿਆ ਗਿਆ। ਹੁਣ ਭਾਈ ਜੋਗਾ ਸਿੰਘ ਪਸ਼ਾਵਰ ਤੋਂ ਚੱਲ ਕੇ ਟਕਸਲਾ ਅਤੇ ਰਾਵਲਪਿੰਡੀ, ਜੇਹਲਮ ਲੰਘ ਕੇ ਗੁਜਰਾਤ ਝਨਾ ਕਿਨਾਰੇ ਆ ਪੁੱਜਾ। ਝਨਾ ਦਾ ਪੱਤਣ ਦੇਖ ਕੇ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ
ਇਸੇ ਝਰਾਂ ਦੇ ਵਿੱਚ ਠਿੱਲ ਕੇ ਸੋਹਣੀ ਨੇ ਕਦੀ ਸਿਦਕ ਪਾਲਿਆ ਸੀ। ਪਿਆਰ ਬਦਲੇ ਡੁੱਬ ਮਰੀ ਸੀ, ਮੈਂ ਵੀ ਸਿਦਕ ਪਾਲ ਰਿਹਾ ਹਾਂ। ਕੌਣ ਜੰਮਿਆ ਦੁਨੀਆ ਵਿੱਚ ਜਿਹੜਾ ਦੋ ਲਾਵਾਂ ਛੱਡ ਕੇ ਆਪਣੇ ਗੁਰੂ ਦੇ ਹੁਕਮ ਦੀ ਪਾਲਣ ਖਾਤਰ ਤੁਰ ਪਵੇ। ਕਿਸੇ ਨੇ ਲਾਵਾਂ ਨਹੀਂ ਛੱਡੀਆਂ, ਮੇਰੇ ਵਰਗਾ ਸ਼ਰਧਾਲੂ ਸਿੱਖ ਕੌਣ ਹੈ। ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਹੰਕਾਰ ਵਾਲੀਆਂ। ਹੁਣ ਸਤਿਗੁਰੂ ਜ਼ਰੂਰ ਮੇਰੇ 'ਤੇ ਪ੍ਰਸੰਨ ਹੋਣਗੇ। ਮੈਂ ਬਹੁਤ ਛੇਤੀ ਲੰਮਾ ਪੰਧ ਮੁਕਾ ਕੇ ਅਨੰਦਪੁਰ ਪੁੱਜ ਜਾਵਾਂਗਾ। ਇਸ ਤਰ੍ਹਾਂ ਹਉਮੈ ਦੀ ਮਿੱਠੀ ਸ਼ਰਾਬ ਨਾਲ ਦੀਵਾਨਾ ਹੋ ਕੇ ਉਹ ਝਰਾਂ ਦੇ ਪੱਤਣ ਤੋਂ ਪਾਰ ਹੋਇਆ ਅਤੇ ਵਜ਼ੀਰਾਬਾਦ ਨੂੰ ਲੰਘ ਕੇ ਬਾਹੋ ਦਾਹੀ ਛੋਟਿਆਂ ਰਾਹਾਂ ਰਾਹੀਂ ਤੁਰਿਆ ਗਿਆ। ਉਹ ਹੁਸ਼ਿਆਰਪੁਰ ਜਾ ਪੁੱਜਿਆ। ਉਸ ਸਮੇਂ ਹੁਸ਼ਿਆਰ ਘੁੱਗ ਵਸਦਾ ਸ਼ਹਿਰ ਸੀ। ਇੱਥੇ ਹੋਰ ਸਾਰੀਆਂ ਚੀਜ਼ਾਂ ਵਸਤਾਂ ਹੋਣ ਦੇ ਨਾਲ ਨਾਲ ਬੇਸਵਾ ਦੇ ਚੁਬਾਰੇ ਵੀ ਸਨ। ਭਾਈ ਜੋਗਾ ਸਵੇਰੇ 10 ਕੁ ਵਜੇ ਹੁਸ਼ਿਆਰਪੁਰ ਪੁੱਜਾ। ਜਦੋਂ ਅੱਗੇ ਤੁਰਨ ਲੱਗਾ ਤਾਂ ਸਬੱਬ ਨਾਲ ਬੇਸਵਾ ਦੇ ਬਾਜ਼ਾਰ ਵਿੱਚ ਦੀ ਲੰਘ ਤੁਰਿਆ। ਬਾਜ਼ਾਰ ਦੇ ਅੱਧ ਵਿੱਚ ਪੁੱਜਾ ਤਾਂ ਅੱਗੋਂ ਸੁੰਦਰ ਬੇਸਵਾ ਖਲੋਤੀ ਦੇਖੀ ਜਾਂਦੀ ਸੀ। ਉਹ ਬੇਸਵਾ ਛੋਟੀ ਉਮਰ ਦੀ ਮੁਟਿਆਰ ਸੀ। ਉਹਦੇ ਮੱਧ ਭਰੇ ਨੈਣ, ਸਿਰ ਦੇ ਕਾਲੇ ਵਾਲ, ਲੰਮੀ ਧੌਣ, ਸ਼ਰੂ ਵਰਗਾ ਕੱਦ ਦੇਖ ਕੇ ਭਾਈ ਜੋਗਾ ਸਿੰਘ ਦੇ ਪੈਰ ਰੁਕ ਗਏ, ਧਰਤੀ ਨਾਲ ਜੁੜ ਗਏ ਅਤੇ ਐਸੀਆਂ ਮਾਇਆ ਵਰਤੀ ਕਿ ਉਹ ਸੁੰਦਰੀ ਜੋਗਾ ਸਿੰਘ ਦੀਆਂ ਅੱਖਾਂ ਨੂੰ ਭਾ ਗਈ। ਉਹਦਾ ਕਾਮ ਜਾਗ ਪਿਆ ਅਤੇ ਜਵਾਨ ਤਨ ਮਨ ਨੂੰ ਕਾਮ ਨੇ ਅੱਗ ਲਾ ਦਿੱਤੀ। ਉਹ ਵਿਆਕਲ ਹੋ ਉੱਠਿਆ। ਉਸਨੂੰ ਸਤਿਗੁਰੂ ਜੀ ਦਾ ਹੁਕਮ ਭੁੱਲ ਗਿਆ। ਉਹ ਵੀ ਚੇਤੇ ਨਾ ਰਿਹਾ ਕਿ ਉਸਦੇ ਘਰ ਵਹੁਟੀ ਛੱਡੀ। ਉਹ ਵੀ ਵਹੁਟੀ ਜੋ ਬਹੁਤ ਸੁੰਦਰ ਯੁਵਤੀ, ਸੁੰਗੜ ਅਤੇ ਸਜੀਰ ਸੀ, ਪਰ ਮਨ ਬੇਸਵਾ ਅਤੇ ਰੂਪ ਉੱਤੇ ਡੁੱਲ ਗਿਆ। ਹਉਮੈ ਦਾ ਸਦਕਾ ਸਿਦਕ ਟੁੱਟ ਗਿਆ। ਬੇਸਵਾ ਦੇ ਮੇਲ ਤੋਂ ਬਿਨਾਂ ਅੱਗੇ ਨਹੀਂ ਜਾਵਾਂਗਾ। ਭਾਈ ਜੋਗਾ ਸਿੰਘ ਦਾ ਫੈਸਲਾ ਸੀ, ਮੇਰੀ ਇਹ ਮੁਰਾਦ ਪੂਰੀ ਹੋਵੇਗੀ। ਅੱਜ ਦਾ ਦਿਨ ਇੱਥੇ ਕੱਟਦਾ ਹਾਂ। ਨਾਲੇ ਲੰਮੇ ਪੰਧ ਦੇ ਥਕੇਵੇਂ ਨੇ ਸਰੀਰ ਦੇ ਅੰਗ ਅੰਗ ਨੂੰ ਚੂਰ ਕੀਤਾ ਹੋਇਆ ਹੈ। 2 ਘੜੀ ਆਰਾਮ ਕਰਨਾ ਚੰਗਾ। ਇਉਂ ਸੋਚਦਿਆਂ ਹੋਇਆਂ ਬੁੱਧੀ ਭ੍ਰਿਸ਼ਟ ਹੋ ਗਈ। ਮਹਾਬਲੀ ਕਾਮਦੇਵ ਨੇ ਅਕਲਾਂ, ਸੁੱਝਾਂ ਤੇ ਪ੍ਰੀਤਾਂ ਨੱਟ ਕਰ ਸੁੱਟੀਆਂ। ਇੰਦਰ ਜਿਵੇਂ ਅਹਿਲਿਆ ਦੇ ਰੂਪ ਉੱਤੇ ਭੁੱਲ ਗਿਆ। ਬ੍ਰਹਮਾ ਜਿਵੇਂ ਆਪਣੀ ਪੁੱਤਰੀ ਦੀ ਸੁੰਦਰਤਾ ਵੇਖ ਕੇ ਸਾਬਤ ਨਹੀਂ ਸੀ ਰਿਹਾ। ਇਸੇ ਤਰ੍ਹਾਂ ਭਾਈ ਜੋਗਾ ਸਿੰਘ ਦਾ ਡੋਲ ਗਿਆ। 2 ਦਿਨ ਦੇ ਪਿੱਛੋਂ ਜਾ ਮਿਲੇਗਾ। ਸਤਿਗੁਰੂ ਅਨੰਦਪੁਰ ਹੀ ਰਹਿਣਾ ਹੈ, ਉਹ ਕਿਤੇ ਹੋਰ ਤਾਂ ਨਹੀਂ ਜਾਂਦੇ। ਪਰ ਇਹੋ ਜਿਹੀ ਸੁੰਦਰੀ ਇੱਕ ਵਾਰ ਹੱਥੋਂ ਨਿਕਲ ਗਈ ਤਾਂ ਮੁੜ ਕੇ ਨਹੀਂ ਮਿਲਣੀ। ਇਸ ਤਰ੍ਹਾਂ ਦੇ ਮਾੜੇ ਵਿਚਾਰ ਕੇ ਭਾਈ ਜੋਗਾ ਸਿੰਘ ਇੱਕ ਧਰਮਸ਼ਾਲਾ ਵਿੱਚ ਜਾ ਬੈਠਾ। ਬੈਠੇ ਬੈਠੇ ਨੀਂਦ ਆ ਗਈ। ਨੀਂਦ ਵਿੱਚ ਸੁਪਨੇ ਦੇ ਰਾਹੀਂ ਉਹ ਸੁੰਦਰੀ ਦਿਸੀ। ਉਸਨੇ ਨਾਲ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ। ਇਸੇ ਬੇਚੈਨੀ ਵਿੱਚ ਅੱਖ ਖੁੱਲ੍ਹ ਗਈ ਅਤੇ ਉਸਨੇ ਦੇਖਿਆ ਕਿ ਅਜੇ ਸੂਰਜ ਨਹੀਂ ਡੁੱਬਾ, ਅਜੇ ਰਾਤ ਨਹੀਂ ਸੀ ਪਈ। ਸੂਰਜ ਦੀ ਧੁੱਪ ਚਮਕ ਰਹੀ ਸੀ। ਉਹ ਬੈਠ ਗਿਆ। ਬੈਠਾ ਬੈਠਾ ਬੇਸਵਾ ਦਾ ਰੂਪ ਵਿਚਾਰਦਾ ਰਿਹਾ। ਸਤਿਗੁਰੂ ਦੇ ਚਰਨਾਂ ਦੀ ਪ੍ਰੀਤ ਭੁੱਲ ਗਈ। ਆਖਰ ਰਾਤ ਪੈ ਗਈ, ਦੀਵੇ ਜਗ ਪਏ। ਉਹ ਉੱਠ ਕੇ ਬੇਸਵਾ ਦੇ ਬਾਜ਼ਾਰ ਵਿੱਚ ਚਲਿਆ ਗਿਆ। ਅੱਗੇ ਬਦ ਚੱਲਣ ਲੋਕ ਫਿਰ ਰਹੇ ਸਨ। ਮੰਦ ਕਰਮਾਂ ਅਤੇ ਅਭਾਗਣਾ ਨਾਰੀਆਂ ਆਪਣੀ ਸੁੰਦਰਤਾ ਦੇ ਇੱਜ਼ਤ ਨੂੰ ਵੇਚ ਰਹੀਆਂ ਸਨ। ਉਸ ਭਿਆਨਕ ਕੁਕਰਮ ਦੇ ਨਰਕ ਵਿੱਚ ਭਾਈ ਜੋਗਾ ਸਿੰਘ ਡਿੱਗਣ ਦੀ ਤਿਆਰੀ ਕਰ ਰਿਹਾ ਸੀ। ਵਾਹ ਮੇਰੇ ਸਤਿਗੁਰੂ ਜੀ, ਧੰਨ ਧੰਨ। ਆਪ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਸਾਹਿਬ ਕਦੀ ਆਪਣੇ ਸਿੱਖ ਨੂੰ ਨਰਕ ਵਿੱਚ ਨਹੀਂ ਡਿੱਗਣ ਦੇਣਗੇ। ਘਟ ਘਟ ਦੇ ਜਾਣਨਹਾਰ ਦਤਾਰ ਨੇ ਵੇਖਿਆ ਕਿ ਉਸ ਦਾ ਸਿਰ ਕੀ ਸਿੱਖ ਡੋਲ ਗਿਆ। ਸਾਹਿਬਾਂ ਨੇ ਆਪਣੀ ਬ੍ਰਹਮ ਸ਼ਕਤੀ ਨਾਲ ਆਪਣੇ 2 ਰੂਪ ਧਾਰਨ ਕੀਤੇ। ਇੱਕ ਅਰਦਲੀ ਦਰਬਾਨ ਦਾ ਰੂਪ ਧਾਰਨ ਕਰਕੇ ਮੇਰੇ ਦਾਤਾ ਜੀ ਬੇਸਵਾ ਦੇ ਬੂਹੇ ਅੱਗੇ ਜਾ ਖਲੋਤੇ। ਉਸੇ ਤਰ੍ਹਾਂ ਦੇ ਵਸਤਰ ਪਾਏ ਹੋਏ ਸਨ ਜਿਸ ਤਰ੍ਹਾਂ ਦੇ ਮੀਰਾਂ ਦੇ ਸੇਵਕਾਂ ਦੇ ਹੁੰਦੇ ਸਨ। ਹੁਣ ਭਾਈ ਜੋਗਾ ਸਿੰਘ ਹਨੇਰਾ ਹੋਣ 'ਤੇ ਬੇਸਵਾ ਦੇ ਚੁਬਾਰੇ ਦੀਆਂ ਪੌੜੀਆਂ ਅੱਗੇ ਜਾ ਪੁੱਜਾ। ਅੱਗੋਂ ਅਰਦਲੀ ਨੇ ਘੂਰ ਕੇ ਆਖਿਆ, ਕਿੱਧਰ ਮੂੰਹ ਚੱਕੀ ਆਉਣਾ ਹੈ? ਇੱਧਰ ਕੋਈ ਧਰਮਸ਼ਾਲਾ ਨਹੀਂ। ਅੱਗੇ ਰਾਜਾ ਸਾਹਿਬ ਗਏ ਹੋਏ ਨੇ ਹਨ।
ਜਾਂ ਵਗ ਜਾ ਤੇ ਕਿਸੇ ਹੋਰ ਥਾਂ ਵੱਲ ਝਾਕ। ਭਾਈ ਜੋਗਾ ਸਿੰਘ ਸ਼ਰਮਿੰਦਾ ਜਿਹਾ ਧਿਰਾਂ ਤੱਕ ਪਾਸੇ ਹੋ ਗਿਆ ਤੇ ਦੂਰ ਜਾ ਕੇ ਬੈਠ ਕੇ ਉਡੀਕ ਕਰਨ ਲੱਗੇ ਕਦੋਂ ਰਾਜਾ ਸਾਹਿਬ ਕੋਠੇ ਤੋਂ ਉਤਰਨ ਤੇ ਕਦੋਂ ਉਹ ਜਾ ਕੇ ਆਪਣੀ ਪ੍ਰੇਮਕਾ ਨੂੰ ਮਿਲੇ। ਹੁਣ ਕੋਈ 2 ਘੰਟੇ ਪਿੱਛੋਂ ਭਾਈ ਜੋਗਾ ਸਿੰਘ ਫੇਰ ਉੱਠਿਆ ਤੇ ਬੇਸਵਾ ਦੇ ਬੂਹੇ ਅੱਗੇ ਜਾ ਪੁੱਜਿਆ। ਅੱਗੇ ਉਹੀ ਅਰਦਲੀ ਖਲੋਤਾ ਸੀ। ਚੁਬਾਰੇ ਵਿੱਚ ਰੋਸ਼ਨੀ ਸੀ। ਉਹ ਡਰਦਾ ਡਰਦਾ ਦੱਬੇ ਪੈਰ ਅੱਗੇ ਹੋਇਆ ਤਾਂ ਅਰਦਲੀ ਨੇ ਫਿਰ ਹਾਕ ਮਾਰ ਕੇ ਬੜੇ ਰੋਹ ਨਾਲ ਆਖਿਆ, ਕਿੱਧਰ ਜਾਣਾ ਤੂੰ, ਕੌਣ ਆ ਤੂੰ, ਜਾ ਚਲਿਆ ਜਾ ਇੱਥੋਂ। ਉਹ ਕਹਿੰਦਾ ਜੀ ਮੈਂ ਉੱਪਰ ਜਾਣਾ ਹੈ। ਭਾਈ ਜੋਗਾ ਸਿੰਘ ਨੇ ਥੋੜ੍ਹਾ ਜਿਹਾ ਹੌਸਲਾ ਕੀਤਾ ਤੇ ਅੱਗੋਂ ਉੱਤਰ ਦਿੱਤਾ। ਪਰ ਅਰਦਲੀ ਨੇ ਬੜੇ ਕ੍ਰੋਧ ਨਾਲ ਆਖਿਆ, ਭਲੇ ਮਾਨਸਾ ਆਪਣੇ ਹੁਲੀਏ ਵੱਲ ਦੇਖ, ਲਿਬਾਸ ਤੇ ਸਿੰਘਾਂ ਵਾਲਾ ਹੈ ਪਰ ਤੂੰ ਕਰਤੂਤ ਮਲੇਸਾਂ ਵਾਲੀ ਕਰਨ ਤੇ ਤੁਲਿਆ ਹੋਇਆ ਹੈ। ਜਿਤਨਾ ਚਿਰ ਰਾਜਾ ਸਾਹਿਬ ਨਹੀਂ ਜਾਂਦੇ ਉਤਨਾ ਚਿਰ ਇਸ ਬੇਸਵਾ ਦੀ ਬੈਠਕ 'ਤੇ ਕੋਈ ਦੂਸਰਾ ਆਦਮੀ ਨਹੀਂ ਜਾ ਸਕਦਾ। ਜਾ ਕੇ ਕਿਤੇ ਆਰਾਮ ਕਰੋ। ਭਾਈ ਜੋਗਾ ਸਿੰਘ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਕਾਮਦੇਵ ਨੇ ਉਹਦੇ ਤਨ ਮਨ ਨੂੰ ਵੱਸ ਕਰ ਲਿਆ ਸੀ। ਉਹਦੀ ਸੋਚ ਸ਼ਕਤੀ ਨਸ਼ਟ ਕਰ ਦਿੱਤੀ ਸੀ। ਉਸ ਨੂੰ ਅਰਦਲੀ ਦੇ ਇਹਨਾਂ ਸ਼ਬਦਾਂ ਦਾ ਪਤਾ ਹੀ ਨਾ ਲੱਗਾ ਕਿ ਉਹ ਜੋਗਾ ਸਿੰਘ ਉਹਦਾ ਲਿਬਾਸ ਸਿੰਘਾਂ ਵਾਲਾ ਹੈ ਤੇ ਕਰਮ ਮਲੇਸਾਂ ਵਾਲੇ ਕਰ ਰਿਹਾ ਹੈ। ਪਰ ਅਰਦਲੀ ਨੂੰ ਪਾਸੇ ਹਟਾ ਕੇ ਉੱਪਰ ਜਾਣ ਦਾ ਹੌਸਲਾ ਵੀ ਉਸ ਨੂੰ ਨਾ ਪਿਆ। ਬਾਜ਼ਾਰ ਵਿੱਚ ਟਹਿਲ ਕੇ ਰਾਜਾ ਸਾਹਿਬ ਦੇ ਜਾਣ ਦੀ ਉਡੀਕ ਕਰਨ ਲੱਗਾ। ਹੁਣ ਰਾਤ ਦਾ ਪਹਿਲਾ ਹਿੱਸਾ ਬਤੀਤ ਹੋ ਗਿਆ। ਸਵੇਰ ਦੇ 3 ਵੱਜ ਗਏ। ਕੁੱਕੜ ਨੇ ਬਾਂਗ ਦੇ ਕੇ ਭਗਤ ਜਨਾਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਪ੍ਰਭੂ ਪਰਮਾਤਮਾ ਤੇ ਭਗਤੀ ਕਰਨ ਤੇ ਅੰਮ੍ਰਿਤ ਵੇਲੇ ਦੇ ਸ਼ਾਂਤਮਈ ਬਾਜੂ ਮੰਡਲ ਦਾ ਆਨੰਦ ਲੁੱਟਣ। ਹੁਣ ਭਗਤ ਜਨ ਜਾਗੇ। ਖੂਹਾਂ ਦੇ ਡੋਲ ਖੜ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਹੋਣ ਲੱਗੀ ਆਵਾਜ਼ ਸੁਣਾਈ ਦਿੱਤੀ। ਬੇਸਵਾ ਦੀਆਂ ਬੈਠਕਾਂ ਦੇ ਦੀਵੇ ਬੁਝ ਗਏ। ਪਰ ਭਾਈ ਜੋਗਾ ਸਿੰਘ ਮਨ ਬਿਰਤੀ ਉਸ ਸੁੰਦਰ ਬੇਸਵਾ ਦੇ ਰੂਪ ਨਾਲ ਜੋਬਨ ਦੇ ਨਾਲ ਜੁੜੀ ਰਹੀ। ਬਾਜ਼ਾਰ ਦਾ ਚੱਕਰ ਕੱਟ ਕੇ ਉਹ ਫਿਰ ਉਸੇ ਬੈਠਕ ਵੱਲ ਗਿਆ। ਉਸਨੇ ਦੇਖਿਆ ਉਹ ਅਰਦਲੀ ਉਸੇ ਤਰ੍ਹਾਂ ਖਲੋਤਾ ਸੀ ਜਿਸ ਤਰ੍ਹਾਂ ਕਿ ਪਹਿਲੇ ਉਸਨੇ ਦੇਖਿਆ ਸੀ। ਇਸ ਵਾਰ ਅਰਦਲੀ ਜੋ ਕਿ ਪ੍ਰਤੱਖ ਸਤਿਗੁਰੂ ਜੀ ਬੜੇ ਕ੍ਰੋਧ ਨਾਲ ਆਪ ਤੋਂ ਬਾਹਰ ਹੋ ਕੇ ਕਹਿਣ ਲੱਗਾ, ਉਹ ਦੁਸ਼ਟਾ, ਉਹ ਤੂੰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ, ਹੋਸ਼ ਕਰ। ਸਤਿਗੁਰੂ ਦੇ ਹੁਕਮ ਅਨੁਸਾਰ 2 ਲਾਵਾਂ ਵਿਚਾਲੇ ਛੱਡ ਕੇ ਆਪਣੀ ਸੁੰਦਰ ਤੇ ਜੋਬਨਮਤੀ ਇਸਤਰੀ ਛੱਡ ਕੇ ਸਤਿਗੁਰਾਂ ਦੇ ਹੁਕਮਾਂ ਦੀ ਪਾਲਣਾ ਕਰਨ ਅਨੰਦਪੁਰ ਨੂੰ ਜਾ ਰਿਹਾ ਹੈ। ਮੂਰਖਾ, ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਗੁਰੂ ਕਾ ਸਿੰਘ ਹੈ ਤੇ ਗੁਰੂ ਕਾ ਸਿੰਘ ਪਰ ਨਾਰੀ ਤੇ ਮਛਲੀ ਦੇ ਨੇੜੇ ਨਹੀਂ ਜਾਂਦਾ। ਕਾਮ ਦੇਵਤਾ ਦੇ ਵੱਸ ਹੋ ਕੇ ਸਤਿਗੁਰੂ ਦੀ ਸਿੱਖੀ ਦਾ ਤਿਆਗ ਕਰਕੇ ਨਰਕਾਂ ਦਾ ਭਾਗੀ ਕਿਉਂ ਬਣਦਾ? ਜਾਂ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਸਿਮਰਨ ਕਰੋ, 5 ਕਰਾਰਾਂ ਦੀ ਲਾਜ ਰੱਖੋ। ਇਸ ਬੈਠਕ ਵਿੱਚ ਬਸਣ ਵਾਲੀ ਜੋਬਨਮਤੀ ਨਾਰ ਮਾਇਆ ਦਾ ਭਿਆਨਕ ਰੂਪ ਹੈ। ਇਹਦੇ ਜਾਲ ਵਿੱਚ ਫਸਿਆ ਹੋਇਆ ਪ੍ਰਾਣੀ ਦੀਨ ਤੇ ਦੁਨੀਆ ਤੋਂ ਧੱਕਿਆ ਜਾਂਦਾ ਹੈ। ਬੇਸਵਾ ਦੇ ਸੰਯੋਗ ਕਰਨ ਵਾਲਿਆਂ ਨੂੰ ਨਰਕ ਵੀ ਥਾਂ ਨਹੀਂ ਦਿੰਦਾ। ਮੂਰਖਾ, ਆਪਣੀ ਜਵਾਨੀ ਸਤਿਗੁਰਾਂ ਦੀ ਸਿੱਖੀ ਅਤੇ ਸਮੇਂ ਦੀ ਕਦਰ ਤੇ ਵਿਚਾਰ ਕਰੋ, ਜਾਂ ਗੁਰੂ ਤੇਰਾ ਭਲਾ ਕਰੇ। ਇਹਨਾਂ ਸ਼ਬਦਾਂ ਨੇ ਭਾਈ ਜੋਗਾ ਸਿੰਘ ਦੇ ਤਨ ਮਨ ਨੂੰ ਹਲੂਣਾ ਦਿੱਤਾ। ਉਹਦਾ ਮਨ ਤੇ ਤਨ ਪਾਰੇ ਵਾਂਗ ਕੰਬਿਆ। ਜਿਹੜਾ ਖੂਨ ਬਰਫ਼ ਵਾਂਗ ਜੰਮ ਚੁੱਕਾ ਸੀ ਉਹ ਜਵਾਲਾਮੁਖੀ ਦੇ ਲਾਵੇ ਦੀ ਤਰ੍ਹਾਂ ਗਰਮ ਹੋ ਗਿਆ। ਉਸ ਦੀਆਂ ਅੱਖਾਂ ਅੱਗੇ ਮਾਇਆ ਤੇ ਸੁਨਹਿਰੀ ਪਰਦਾ ਪਿੱਛੇ ਹੋ ਗਿਆ। ਉਸਨੇ ਦੇਖਿਆ ਕਿ ਉਹ ਅਰਦਲੀ ਉਸ ਨੂੰ ਪ੍ਰਤੱਖ ਗੁਰੂ ਗੋਬਿੰਦ ਸਿੰਘ ਦਿਸ ਰਿਹਾ ਹੈ। ਪਰ ਜਿਉਂ ਉਹ ਅੱਗੇ ਹੋ ਕੇ ਉਹਦੇ ਚਰਨਾਂ 'ਤੇ ਡਿੱਗਣ ਲੱਗਾ ਤਾਂ ਅਰਦਲੀ ਲੋਪ ਹੋ ਗਿਆ। ਬੈਠਕ ਦੇ ਦੀਵੇ ਬੁਝੇ ਹੋਏ ਸਨ। ਅਰਦਲੀ ਨਜ਼ਰ ਨਾ ਆਇਆ। ਭਾਈ ਜੋਗਾ ਸਿੰਘ ਨੇ ਡੰਡਿਆ ਕੇ ਕਿਹਾ, ਇਹ ਸਤਿਗੁਰੂ ਕਲਗੀਧਰ ਪਿਤਾ, ਮੈਨੂੰ ਬਖਸ਼ੋ, ਮੈਂ ਪਾਪੀ, ਮੈਂ ਭੁੱਲਿਆ, ਮੈਂ ਆਪ ਦੀ ਆਗਿਆ ਪਾਲਣ ਕੀਤਾ। ਦਾਤਾ ਮੈਂ ਆਇਆ ਆਖਦਾ ਹੋਇਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੇ ਬਾਜ਼ਾਰਾਂ ਵਿੱਚੋਂ ਨੱਠ ਉੱਠਿਆ। ਹੁਸ਼ਿਆਰਪੁਰ ਤੋਂ ਲੰਘਦਾ ਊਨੇ ਨੂੰ ਲੰਘ ਕੇ ਨੰਗਲ ਦੇ ਪੱਤਣ 'ਤੇ ਪੁੱਜ ਗਿਆ। ਉਸ ਦਿਨ ਸਤਲੁਜ ਦਰਿਆ ਪੂਰੇ ਜੋਬਨ 'ਤੇ ਠਾਠਾਂ ਮਾਰ ਰਿਹਾ ਸੀ। ਸਤਿਗੁਰਾਂ ਦੀ ਕਿਰਪਾ, ਨਾ ਉੱਥੇ ਕੋਈ ਬੇੜੀ ਸੀ ਨਾ ਕੋਈ ਮਲਾਹ।
ਪਰ ਭਾਈ ਜੋਗਾ ਸਿੰਘ, ਜਿਸ ਦੀ ਆਤਮਾ ਗੁਰੂ ਕੇ ਵਿਛੋੜੇ ਤੇ ਆਗਿਆ ਉਲੰਘਣ ਦੇ ਕਾਰਨ ਮਹਾ ਵਿਆਕਲ ਸੀ, ਉਹ ਸਤਲੁਜ ਦੇ ਇੱਕ ਪਲ ਵੀ ਅਟਕਣਾ ਨਹੀਂ ਸੀ ਚਾਹੁੰਦਾ। ਸੋਹਣੀ ਦੀ ਤਰ੍ਹਾਂ ਦਰਿਆ ਸਤਲੁਜ ਦੀਆਂ ਲਹਿਰਾਂ ਵਿੱਚ ਠਿੱਲ ਕੇ ਆਪਣੇ ਪਿਆਰੇ ਸਤਿਗੁਰੂ ਦੇ ਚਰਨਾਂ ਨੂੰ ਚੁੰਮਣਾ ਚਾਹੁੰਦਾ ਸੀ। ਉਸ ਨੂੰ ਜਵਾਨੀ ਤੇ ਜਾਨ ਦਾ ਕੋਈ ਪ੍ਰਵਾਹ ਨਹੀਂ ਸੀ। ਸਤਿਗੁਰੂ 'ਤੇ ਭਰੋਸਾ ਰੱਖ ਕੇ ਭਾਈ ਜੋਗਾ ਸਿੰਘ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਦਰਿਆ ਦੀਆਂ ਵਿਸ਼ਾਲ ਲਹਿਰਾਂ 'ਤੇ ਤੇਜ਼ ਵੇਗ ਨਾਲ ਘੁਲਦਾ ਹੋਇਆ ਕਿਨਾਰੇ ਲੱਗਾ। ਗਿੱਲੇ ਕੱਪੜੀ ਸੁੱਚੇ ਮੂੰਹ ਲੰਘਦਾ ਹੋਇਆ ਅਨੰਦਪੁਰ ਪੁੱਜਾ। ਸਿੱਧਾ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਜਾ ਕੇ। ਉਸ ਵੇਲੇ ਦੀਨ ਦੁਨੀਆ ਦੇ ਮਾਲਕ ਪੂਰਨ ਅਵਤਾਰ ਸਤਿਗੁਰੂ ਜੀ ਸਿੰਘਾਸਣ 'ਤੇ ਬਿਰਾਜੇ ਹੋਏ ਸਨ। ਭਾਈ ਜੋਗਾ ਸਿੰਘ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੋਏ, ਮੁਸਕਰਾ ਪਏ। ਪਰ ਭਾਈ ਜੋਗਾ ਸਿੰਘ ਦੇ ਨੈਣਾਂ ਵਿੱਚ ਅਥਰੂ, ਸ਼ਰਮ ਦੇ ਨਾਲ ਸਿਰ ਨੀਵਾਂ, ਹਉਮੈ ਦਾ ਸੇਕ ਠੰਡਾ ਹੋ ਗਿਆ। ਗੱਲ ਕੋਈ ਔੜਦੀ ਨਹੀਂ। ਸਤਿਗੁਰਾਂ ਦੇ ਚਰਨ ਫੜ ਕੇ ਜ਼ਾਰ ਜ਼ਾਰ ਰੋਣ ਲੱਗ ਪਿਆ। ਉਹ ਇੱਕੋ ਹੀ ਗੱਲ ਆਖੀ ਗਿਆ, ਹੇ ਦਾਤਾ ਮੈਨੂੰ ਬਖਸ਼ ਲਓ, ਮੈਂ ਭੁੱਲਿਆ। ਸਤਿਗੁਰੂ ਜੀ ਮੈਨੂੰ ਬਖਸ਼ ਲਓ, ਮੈਂ ਭੁੱਲਿਆ। ਸਤਿਗੁਰੂ ਭਾਈ ਜੋਗਾ ਸਿੰਘ ਨੂੰ ਗਲ ਨਾਲ ਲਾਇਆ ਅਤੇ ਬਚਨ ਕੀਤਾ, ਪੁੱਤਰ, ਸੇਵਾ ਤੇ ਸਿੱਖੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਮਨ ਬਾਂਦਰ ਦੀ ਨਿਆਈ ਚੰਚਲ ਹੈ ਅਤੇ ਇਸ ਦਾ ਅਤਵਾਰ ਨਹੀਂ ਕਰਨਾ ਚਾਹੀਦਾ। ਇਸ ਨੇ ਬਦਲ ਜਾਣਾ ਹੈ। ਮਨ ਨੂੰ ਨਾਮ ਤੇ ਬਾਣੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਸਿੱਖ ਦਾ ਧਰਮ ਹੈ ਗੁਰੂ ਘਰ ਦੀ ਸੇਵਾ ਅਤੇ ਨਾਮ ਸਿਮਰਨ ਕਰਦਾ ਹੋਇਆ ਮਜੀਵੜਾ ਹੋ ਕੇ ਰਹੇ। ਹੰਕਾਰ ਦਾ ਫਲ ਕਿ ਤੈਨੂੰ ਸਾਰੀ ਰਾਤ ਬੇਸਵਾ ਦੇ ਦਰਵਾਜ਼ੇ ਅੱਗੇ ਖਲੋ ਕੇ ਬੇਸਬਰੀ ਨਾਲ ਢੀਕ ਕਰਨੀ ਪਈ। ਇਹ ਰਾਤ ਜੋ ਤੂੰ ਮੈਨੂੰ ਨਾਮ ਸਿਮਰਨ ਤੋਂ ਬਿਨਾਂ ਕੱਟੀ, ਇਹ ਸਮਝ ਕੇ ਆਪਣੀ ਉਮਰ ਦਾ ਬੜਾ ਵੱਡਾ ਹਿੱਸਾ ਬੇਅਰਥ ਗਵਾਇਆ ਹੈ। ਇਸ ਤੋਂ ਪਿੱਛੋਂ ਸਤਿਗੁਰੂ ਨੇ ਭਾਈ ਜੋਗਾ ਸਿੰਘ ਦੇ ਸਿਦਕ, ਹਉਮੈ ਅਤੇ ਹੁਸ਼ਿਆਰਪੁਰ ਬੇਸਵਾ ਨੂੰ ਦੇਖ ਕੇ ਡੋਲਣ ਦੀ ਕਥਾ ਸੰਗਤ ਨੂੰ ਸੁਣਾਈ, ਜਿਸ ਨੂੰ ਸੁਣ ਕੇ ਗੁਰੂ ਸੰਗਤ ਬਹੁਤ ਖੁਸ਼ ਹੋਈ। ਇਸ ਪ੍ਰਥਾਏ ਸਤਿਗੁਰੂ ਜੀ ਨੇ ਫਰਮਾਇਆ, ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਡਿਹਾ, ਪਰ ਨਾਰੀ ਕੀ ਸੇਜ ਪੁਰ ਸੁਪਨੇ ਹੂੰ ਕੋ ਜਿਹਾ। ਅੱਜ ਦੀ ਕਥਾ ਵਿਚਾਰ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਬਾਲ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਪਾਓ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।